ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹ। ਵਾਹਿਗੁਰੂ ਜੀ ਮਹੱਲਾ ਚੌਥਾ। ਇੱਕ ਮਨ ਇੱਕ ਵਰਤਦਾ ਜਿਤ ਲੱਗੈ ਸੋ ਥਾਏ ਪਾਏ। ਇੱਕ ਮਨ ਇੱਕ ਵਰਤਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜੋ 7ਵਾਂ ਸ਼ਬਦ ਪ੍ਰਾਰੰਭ ਆਪਾਂ ਕੀਤਾ ਸੀ, ਉਸ ਦੇ ਵਿੱਚ ਸਤਿਗੁਰੂ ਮਹਾਰਾਜ ਅੱਗੇ ਮਹੱਲਾ ਚੌਥਾ 'ਚ ਬਖਸ਼ਿਸ਼ ਕਰ ਰਹੇ ਨੇ। ਇੱਕ ਮਨ ਇੱਕ ਵਰਤਦਾ ਜਿਤ ਲੱਗੈ ਸੋ ਥਾਏ ਪਾਏ। ਮਨ ਇੱਕ ਹੈ, ਕੋਈ ਦੋ ਚਾਰ ਨਹੀਂ। ਇੱਕ ਪਾਸੇ ਹੀ ਵਰਤਦਾ, ਦੋ ਪਾਸੇ ਨਹੀਂ ਵਰਤ ਸਕਦਾ। ਜਿੱਧਰ ਕੋਈ ਮਨ ਹੋ ਕੇ ਲੱਗਦਾ ਉਹੀ ਥਾਂ ਪ੍ਰਾਪਤ ਕਰ ਲੈਂਦਾ। ਸੋ ਮਹਾਰਾਜ ਬਚਨ ਕਰਦੇ ਨੇ, ਜੇ ਪਰਮੇਸ਼ਰ ਵੱਲ ਲੱਗੇ ਤਾਂ ਸਰੂਪ ਦੀ ਪ੍ਰਾਪਤੀ ਕਰ ਲੈਂਦਾ। ਸਰੂਪ ਰੂਪੀ ਥਾਂ ਦੀ ਪ੍ਰਾਪਤੀ ਹੁੰਦੀ ਹੈ। ਜਿਤ ਲੱਗੈ ਸੋ ਥਾਏ ਪਾਏ। ਜੇ ਸੰਸਾਰ ਵੱਲ ਲੱਗ ਜਾਂਦਾ ਤਾਂ ਫਿਰ ਸੰਸਾਰੀ ਝੂਠੀਆਂ ਥਾਵਾਂ ਦੀ ਪ੍ਰਾਪਤੀ ਕਰਦਾ। ਸੋ ਮਹਾਰਾਜ ਕਹਿੰਦੇ ਇਹ ਮਨ ਨੂੰ ਇੱਕ ਮਨ ਹੋ ਕੇ ਲਾ ਦਿਓ ਪਰਮੇਸ਼ਰ ਵੱਲ। ਇਹ ਮਨ ਹਰ ਜੀ ਧਿਆਏ, ਤੂੰ ਇੱਕ ਮਨ ਇੱਕ ਚਿੱਤ ਭਾਏ। ਹਰ ਕੀ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਕੋਈ ਗੱਲਾਂ ਕਰੇ ਕਨੇਰੀਆਂ ਜੇ ਘਰ ਵੱਥ ਹੋਵੇ ਸਾਈ ਖਾਏ। ਜਿਵੇਂ ਕੋਈ ਬਹੁਤੀਆਂ ਗੱਲਾਂ ਕਰੇ ਕਿ ਸਾਡੇ ਘਰ ਦੇ ਵਿੱਚ ਤਾਂ ਰੋਜ਼ ਖੋਏ ਬਣਦੇ ਨੇ, ਸਾਡੇ ਘਰ ਵਿੱਚ ਤਾਂ ਅਸੀਂ ਰੋਜ਼ ਪਨੀਰ ਖਾਂਦੇ ਹਾਂ, ਸਾਡੇ ਘਰ ਦੇ ਵਿੱਚ ਤਾਂ ਆਹ ਚੱਲਦਾ ਹੈ। ਪਰ ਜਦੋਂ ਦੇ ਘਰ ਜਾ ਕੇ ਦੇਖਿਆ ਤੇ ਘਰ ਤੇ ਭੰਗ ਭੁਜਦੀ ਹੈ, ਕੁਝ ਵੀ ਨਹੀਂ ਹੈ ਉੱਥੇ। ਤਾਂ ਖਾਣ ਨੂੰ ਮਸਾਂ ਦਾਲ ਰੋਟੀ ਮਿਲ ਰਹੀ ਹੈ। ਉਹਦੀਆਂ ਕੀਤੀਆਂ ਹੋਈਆਂ ਗੱਲਾਂ ਜਿਵੇਂ ਫਿਰ ਕਿਸੇ ਕੰਮ ਨਹੀਂ ਆਉਂਦੀਆਂ। ਤਾਂ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਭਾਵੇਂ ਕੋਈ ਬਹੁਤੀਆਂ ਗੱਲਾਂ ਵੀ ਕਰੇ ਕਿ ਮੈਂ ਸੰਸਾਰਕ ਆਨੰਦ ਵੀ ਭੋਗ ਲਵਾਂ, ਦੂਜੇ ਪਾਸੇ ਮੈਂ ਬ੍ਰਹਮਾਨੰਦ ਵੀ ਪ੍ਰਾਪਤ ਕਰ ਲਵਾਂ, ਇਹ ਦੋ ਗੱਲਾਂ ਬਹੁਤ ਔਖੀਆਂ ਨੇ। ਕਿਉਂਕਿ ਜਿਹੜੀ ਵਸਤੂ ਘਰ ਦੇ ਵਿੱਚ ਹੁੰਦੀ ਹੈ ਉਹੀ ਖਾਣੀ ਪੈਂਦੀ ਹੈ। ਜੇ ਘਰ ਵਿੱਚ ਕਣਕ ਹੈ, ਕਣਕ ਖਾਣੀ ਹੈ। ਤੇ ਜੇ ਘਰ ਦੇ ਵਿੱਚ ਬਹੁਤ ਅੱਛੇ ਪਦਾਰਥ ਨੇ ਉਹ ਖਾਣੇ ਨੇ। ਇਸੇ ਤਰ੍ਹਾਂ ਸਰੀਰ ਘਰ ਵਿੱਚ ਜੋ ਪ੍ਰਾਲਬਧ ਰੂਪੀ ਵਸਤੂ ਉਹੀ ਖਾਣੀ ਪੈਂਦੀ ਹੈ। ਬਿਨ ਸਤਿਗੁਰ ਸੋਝੀ ਨਾ ਪਵੈ ਅਹੰਕਾਰ ਨਾ ਵਿੱਚ ਹੋ ਜਾਏ। ਹੁਣ ਸਤਿਗੁਰਾਂ ਤੋਂ ਬਿਨਾਂ ਉਹਨੂੰ ਕੋਈ ਸੋਝੀ ਨਹੀਂ ਪੈਂਦੀ, ਕੋਈ ਜੀਵ ਨੂੰ ਸਮਝ ਨਹੀਂ ਪੈਂਦੀ, ਨਾ ਹੀ ਹਿਰਦੇ ਵਿੱਚੋਂ ਹੰਕਾਰ ਜਾਂਦਾ ਜੀਵ ਦੇ। ਕਿਉਂਕਿ ਅਹੰਕਾਰੀਆਂ ਨੂੰ ਦੁੱਖ ਭੁੱਖ ਹੈ, ਹੱਥ ਤੱਡਹਿ ਘਰ ਘਰ ਮੰਗਾਏ। ਹੁਣ ਹੰਕਾਰੀ ਜਿਹੜੇ ਪੁਰਸ਼ ਨੇ ਉਹਨਾਂ ਨੂੰ ਹਮੇਸ਼ਾ ਦੁੱਖ ਤੇ ਤ੍ਰਿਸ਼ਨਾ ਰੂਪੀ ਭੁੱਖ ਹੀ ਲੱਗੀ ਰਹਿੰਦੀ ਹੈ। ਇਸ ਕਰਕੇ ਹੱਥ ਅੱਡ ਕੇ ਘਰ ਘਰ ਜਾ ਕੇ ਮੰਗਦੇ ਨੇ, ਮੰਗਤੇ ਬਣ ਜਾਂਦੇ ਨੇ। ਕਿਉਂਕਿ ਉਹ ਲੋਕਾਂ ਦੇ ਕੋਲ ਹੰਕਾਰ ਹੈ। ਹੰਕਾਰ ਕਰਕੇ ਪਰਮੇਸ਼ਰ ਉਹਨਾਂ ਜੀਵਾਂ ਨੂੰ ਭੁੱਖੇ ਮਾਰ ਦਿੰਦਾ। ਕੂੜ ਠੱਗੀ ਗੁੱਝੀ ਨਾ ਰਹੈ ਮੁਲੰਮਾ ਪਾਜ ਲਹਿ ਜਾਏ। ਜਿਹੜੇ ਕੂੜ ਤੋਂ ਭਾਵ ਕੂੜਿਆਂ ਪੁਰਸ਼ਾਂ ਦੀ ਜਾਂ ਝੂਠਿਆਂ ਬੰਦਿਆਂ ਦੀ ਲੁਕਵੀਂ ਠੱਗੀ ਕੀਤੀ ਹੋਈ ਆ, ਉਹ ਛੁਪੀ ਨਹੀਂ ਰਹਿੰਦੀ। ਜਿਵੇਂ ਮੁਲੰਮੇ ਦਾ ਪਾਜ ਹੁੰਦਾ, ਪੜਦਾ ਲਹਿ ਜਾਂਦਾ। ਹੁਣ ਮੁਲੰਮਾ ਅੱਜ ਕੱਲ੍ਹ ਕਿਸੇ ਨੂੰ ਪਤਾ ਨਹੀਂ ਮੁਲੰਮਾ ਹੁੰਦਾ ਕੀ ਆ। ਮੁਲੰਮੇ ਦਾ ਪਾਜ ਉਹਨੂੰ ਕਹਿੰਦੇ ਨੇ ਜਿਹਦੇ ਹੇਠਾਂ ਹੋਰ ਕੁਝ ਹੋਵੇ ਤੇ ਉੱਪਰੋਂ ਕੁਝ ਹੋਰ ਹੋਵੇ। ਹੇਠਾਂ ਤਾਂਬਾ ਹੁੰਦਾ, ਉੱਪਰੋਂ ਸੋਨੇ ਦਾ ਪਾਣੀ ਜਾਂ ਫੇਰ ਦਿੰਦੇ ਪੱਤਰੇ ਤੇ। ਜਦੋਂ ਸਾਉਣ ਦਾ ਮਹੀਨਾ ਆਉਂਦਾ, ਬਰਸਾਤ ਦੇ ਦਿਨ ਆਉਂਦੇ ਨੇ, ਉਹ ਹੌਲੀ ਹੌਲੀ ਤਾਂਬਾ ਨਿਕਲ ਆਉਂਦਾ ਥੱਲਿਓਂ, ਤੇ ਪਤਾ ਲੱਗ ਜਾਂਦਾ ਕਿ ਇੱਥੇ ਸੋਨਾ ਉੱਪਰ ਹੀ ਲਾਇਆ ਹੋਇਆ ਸੀ,
ਇਹਨੂੰ ਕਹਿੰਦੇ ਮੁਲੰਮਾ ਪਾਜ। ਇਸੇ ਤਰ੍ਹਾਂ ਪਖੰਡ ਵਾਲਾ ਜਿਹੜਾ ਭੇਖ ਆ ਉਹ ਪ੍ਰਗਟ ਹੋ ਜਾਂਦਾ ਹੈ। ਜਦੋਂ ਕੋਈ ਇਨਸਾਨ ਆਪਣੇ ਆਪ ਨੂੰ ਉੱਤੋਂ ਬੜੇ ਸੋਹਣੇ ਸਜਾਵਟੀ ਢੰਗ ਨਾਲ ਆਪਣੇ ਆਪ ਨੂੰ ਧਾਰਮਿਕ ਦਿਖਾਵਾ ਕਰਦਾ ਹੈ, ਉਹਦੇ ਬੋਲਣ ਤੋਂ ਹੀ, ਉਹਦੀਆਂ ਗੱਲਾਂ ਬਾਤਾਂ ਤੋਂ, ਉਹਦੇ ਜੀਵਨ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਕਿੰਨਾ ਕੁ ਪਖੰਡੀ ਹੈ। ਜਿਸ ਹੋਵੈ ਪੂਰਬ ਲਿਖਿਆ ਤੇ ਸਤਿਗੁਰ ਮਿਲੈ ਪ੍ਰਭ ਆਏ। ਹੁਣ ਜਿਹਦੇ ਮੱਥੇ ਉੱਪਰ ਪੂਰਬਲਾ ਪਿਛਲੇ ਜਨਮਾਂ ਦਾ ਕੀਤਾ ਹੋਇਆ ਸ੍ਰੇਸ਼ਟ ਪਹਿਲਾਂ ਕਰਮ ਕੀਤਾ, ਫਿਰ ਸ੍ਰੇਸ਼ਟ ਲੇਖ ਲਿਖਿਆ ਹੋਇਆ। ਜਦੋਂ ਇਹ ਲੇਖ ਲਿਖਿਆ ਹੁੰਦਾ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਅਨੁਸਾਰ, ਉਹਨੂੰ ਫਿਰ ਵਾਹਿਗੁਰੂ ਰੂਪ ਸਤਿਗੁਰੂ ਆ ਕੇ ਮਿਲਦੇ ਨੇ। ਸਤਿਗੁਰ ਮਿਲੈ ਪ੍ਰਭ ਆਏ। ਸਤਿਗੁਰੂ ਪ੍ਰਭੂ ਸਰੂਪ ਹੀ ਨੇ, ਕਿਉਂਕਿ ਅਕਾਲ ਪੁਰਖ ਦੇ ਹੀ ਦੋਵੇਂ ਰੂਪ ਨੇ। ਨਿਰਗੁਣ ਰੂਪ ਵਿੱਚ ਉਹ ਦਰਸ਼ਨ ਨਹੀਂ ਦਿੰਦਾ, ਦਿਖਾਈ ਨਹੀਂ ਦਿੰਦਾ ਪਹਿਲਾਂ, ਤੇ ਸਰਗੁਣ ਰੂਪ ਦੇ ਵਿੱਚ ਉਹ ਵਾਹਿਗੁਰੂ ਦੇ ਆਪਾਂ ਨੂੰ ਦਰਸ਼ਨ ਹੋ ਰਹੇ ਸਤਿਗੁਰੂ ਰੂਪ ਦੇ ਵਿੱਚ। ਜਦੋਂ ਸਤਿਗੁਰੂ ਰੂਪ ਦੇ ਵਿੱਚ ਸਰਗੁਣ ਰੂਪ ਵਿੱਚ ਬੈਠਦੇ ਨੇ, ਫਿਰ ਉਹ ਸੋਝੀ ਪਾਉਂਦੇ ਨਿਰਗੁਣ ਸਰੂਪ ਦੀ। ਫਿਰ ਆਪਾਂ ਸ਼ਬਦ ਦੇ ਰਾਹੀਂ ਕਮਾਈ ਕਰਕੇ ਨਿਰਗੁਣ ਦੇ ਵਿੱਚ ਚਲੇ ਜਾਂਦੇ ਹਾਂ, ਜਿੱਥੇ ਜੰਮਣਾ ਮਰਨਾ ਜੀਵ ਦਾ ਕੱਟਿਆ ਜਾਂਦਾ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਸਤਿਗੁਰੂ ਦੇ ਨਾਲ ਮਿਲ ਕੇ ਕਿਸ ਪ੍ਰਕਾਰ ਬਖਸ਼ਿਸ਼ ਹੁੰਦੀ ਜੀਵ ਦੇ ਉੱਤੇ। ਜਿਉਂ ਲੋਹਾ ਪਾਰਸ ਭੇਟੀਐ, ਮਿਲ ਸੰਗਤ ਸਵਰਨ ਹੋਏ ਜਾਏ। ਜਨ ਨਾਨਕ ਕੇ ਪ੍ਰਭ ਤੂੰ ਧਣੀ, ਜਿਉਂ ਭਾਵੈ ਤਿਵੈ ਚਲਾਏ। ਜਿਵੇਂ ਲੋਹਾ ਜਿਹੜਾ ਉਹ ਪਾਰਸ ਨਾਲ ਮਿਲ ਕੇ ਸੋਨਾ ਹੋ ਜਾਂਦਾ, ਉਵੇਂ ਗੁਰਾਂ ਦੀ ਸੰਗਤ ਨਾਲ ਮਿਲਣ ਕਰਕੇ ਲੋਹੇ ਵਾਂਗੂ ਪਾਪੀ ਜੀਵ ਕਾਲੇ, ਕਿਉਂਕਿ ਲੋਹੇ 'ਚ ਕਿਹੜੇ ਕਿਹੜੇ ਔਗਣ ਨੇ, ਕਾਲਾ ਹੋਣਾ, ਕਠੋਰ ਹੋਣਾ, ਤੇ ਛੇਤੀ ਟੁੱਟਣਾ ਨਾ, ਮੁੜਨਾ ਨਾ, ਅਕੜੇਵਾਂ ਸੜੇਵਾਂ, ਹੰਕਾਰ। ਇਸੇ ਪ੍ਰਕਾਰ ਮਨੁੱਖ ਵੀ ਹੈ, ਲੋਹੇ ਵਰਗਾ ਕਾਲਾ ਅੰਦਰੋਂ ਵੀ ਬਾਹਰੋਂ ਵੀ, ਔਰ ਇਸੇ ਪ੍ਰਕਾਰ ਲੋਹੇ ਵਾਂਗੂ ਆਕੜ, ਔਰ ਕੀਮਤ ਘੱਟ। ਸੋਨੇ ਦੀ ਕੀਮਤ ਬਹੁਤ ਹੁੰਦੀ ਹੈ ਇਸੇ ਕਰਕੇ, ਕਿਉਂਕਿ ਉਹ ਬਾਹਰੋਂ ਅੰਦਰੋਂ ਸੋਹਣਾ ਹੁੰਦਾ, ਛੇਤੀ ਮੁੜ ਵੀ ਜਾਂਦਾ ਹੈ, ਲਚਕ ਹੁੰਦੀ ਹੈ ਉਹਦੇ ਵਿੱਚ। ਹੁਣ ਕਹਿੰਦੇ ਲੋਹੇ ਵਾਂਗੂ ਪਾਪੀ ਜੀਵ ਸੋਨੇ ਵਾਂਗੂ ਸ਼ੁੱਧ ਹੋ ਜਾਂਦੇ ਸਤਿਗੁਰੂ ਨਾਲ ਮਿਲ ਕੇ, ਜੇ ਸੰਗਤ ਵਿੱਚ ਬੈਠ ਕੇ ਕਥਾ ਸੁਣਨ, ਬਾਣੀ ਦੀ, ਗੁਰਬਾਣੀ ਦਾ ਕੀਰਤਨ ਸੁਣ ਕੇ ਸ਼ਬਦ ਦੇ ਨਾਲ ਜੁੜਨ, ਸ਼ਬਦ ਵਿੱਚ ਕਹੀ ਹੋਈ ਹਦਾਇਤ ਨੂੰ ਮੰਨਣ, ਉਹਨੂੰ ਕਮਾਉਣ, ਤਾਂ ਉਹ ਵੀ ਹੌਲੀ ਹੌਲੀ ਸੋਨੇ ਵਾਂਗੂ ਸ਼ੁੱਧ ਹੋ ਜਾਂਦੇ ਨੇ। ਕਹਿੰਦੇ ਇਹ ਵਾਹਿਗੁਰੂ ਮੈਂ ਦਾਸ ਦੇ ਧਣੀ ਤੋਂ ਭਾਵ ਹੁੰਦਾ ਮਾਲਕ ਆਪ ਹੀ ਹੋ ਜੀ। ਜਿਵੇਂ ਆਪ ਜੀ ਨੂੰ ਭਾਵੇ ਉਵੇਂ ਮੈਨੂੰ ਚਲਾਓ। ਧਣੀ ਮਾਲਕ ਨੂੰ ਕਹਿੰਦੇ ਨੇ। ਆਪਾਂ ਨੇ ਬੇਨਤੀਆਂ ਕਰਨੀਆਂ ਕਿ ਤੁਸੀਂ ਸਾਡੇ ਧਣੀ, ਮਾਲਕ, ਸ਼ਾਹੂਕਾਰ ਸਾਡੇ ਤੁਸੀਂ ਆਪ ਹੀ ਹੋ। ਜਿਵੇਂ ਆਪ ਜੀ ਨੂੰ ਭਾਉਂਦਾ ਹੈ, ਜਿਵੇਂ ਤੁਹਾਨੂੰ ਸੱਚੇ ਪਾਤਸ਼ਾਹ ਪਤਾ ਹੈ ਕਿ ਇਸ ਜੀਵ ਨੇ ਕਿਵੇਂ ਤਰਨਾ ਹੈ। ਕਿਸੇ ਨੂੰ ਆਪ ਜੀ ਸੇਵਾ ਵਿੱਚ ਲਾ ਕੇ ਤਾਰਦੇ ਹੋ, ਕਿਸੇ ਨੂੰ ਬਾਣੀ ਵਿੱਚ ਲਾ ਕੇ ਤਾਰਦੇ ਹੋ, ਕਿਸੇ ਨੂੰ ਸਿਮਰਨ ਵਿੱਚ ਲਾ ਕੇ, ਕਿਸੇ ਨੂੰ ਕੀਰਤਨ ਕਥਾ ਰਾਹੀਂ ਤਾਰਦੇ ਹੋ। ਜਿਵੇਂ ਆਪ ਜੀ ਨੂੰ ਭਾਉਂਦਾ ਸਾਨੂੰ ਉਵੇਂ ਤਾਰ ਲਓ, ਇਉਂ ਬੇਨਤੀਆਂ ਕਰਨੀਆਂ। ਪੌੜੀ ਜਿਨ ਹਰ ਹਿਰਦੈ ਸੇਵਿਆ, ਤਿਨ ਹਰ ਆਪ ਮਿਲਾਏ। ਜਿਨ੍ਹਾਂ ਹਰੀ ਨੂੰ ਹਿਰਦੇ ਵਿੱਚ ਆਰਾਧਿਆ, ਸੇਵਿਆ ਦਾ ਮਤਲਬ ਆਰਾਧਨਾ ਕੀਤਾ, ਜਿਨ੍ਹਾਂ ਨੇ ਹਿਰਦੇ ਦੇ ਅੰਦਰ, ਹਿਰਦੇ ਦੇ ਵਿੱਚ ਧਿਆਨ ਧਰ ਕੇ ਵਾਹਿਗੁਰੂ ਵਾਹਿਗੁਰੂ ਕਹੋ, ਹਿਰਦੇ ਵਿੱਚ ਉਹਦੀ ਜੋਤ ਹੈ, ਉਹਨਾਂ ਨੂੰ ਹਰੀ ਨੇ ਆਪਣੇ ਨਾਲ ਹੀ ਮਿਲਾ ਲਿਆ। ਗੁਣ ਕੀ ਸਾਂਝ ਤਿਨ ਸਿਉ ਕਰੀ, ਸਭ ਆਵਗਣ ਸ਼ਬਦ ਜਲਾਏ। ਹੁਣ ਜਿਨ੍ਹਾਂ ਜੀਵਾਂ ਨੇ ਉਹਦੇ ਨਾਲ ਸ਼ੁਭ ਗੁਣਾਂ ਦੀ ਭਾਈਵਾਲੀ ਕੀਤੀ ਹੈ, ਉਹਨਾਂ ਨੇ ਗੁਰ ਉਪਦੇਸ਼ ਦੁਆਰਾ ਸਾਰੇ ਔਗਣੀ ਸਾੜ ਦਿੱਤੇ ਨੇ, ਕਿਉਂਕਿ ਉਹਨਾਂ ਨੇ ਗੁਣਾਂ ਦੀ ਸਾਂਝ ਕਰ ਲਈ ਸੰਗਤ ਵਿੱਚ ਜਾ ਕੇ। ਸੋ ਜਿਹੜੀ ਸਾਡੇ ਮਨ ਦੇ ਅੰਦਰ ਨਿਮਾਣਪੁਣਾ ਹੁੰਦਾ, ਨੀਚ ਹਰਕਤਾਂ ਹੁੰਦੀਆਂ ਮਨ ਦੀਆਂ, ਕਦੇ ਹੰਕਾਰੀ ਟਿੱਬੇ ਹੁੰਦੇ ਨੇ, ਜਦੋਂ ਅਸੀਂ ਸਤਿਗੁਰੂ ਮਹਾਰਾਜ ਦੀ ਹਜ਼ੂਰੀ 'ਚ ਬਹਿ ਕੇ ਕਥਾ ਸ਼ਰਵਣ ਕਰਦੇ ਹਾਂ, ਸਾਡੇ ਮਨ ਦੇ ਦੋਸ਼ ਆਪਣੇ ਆਪ ਹੀ ਸਾਨੂੰ ਦਿਖਣ ਲੱਗ ਜਾਂਦੇ ਨੇ, ਤੇ ਆਪਾਂ ਦੋਸ਼ ਨੂੰ ਵੱਖਰਾ ਕਰ ਦਿੰਦੇ ਹਾਂ, ਦੋਸ਼ ਤੋਂ ਨਿਰਲੇਪ ਹੋ ਜਾਂਦੇ ਹਾਂ। ਮਨ ਦੇ ਬੈਲੈਂਸ ਨੂੰ ਆਪਣੇ ਆਪ ਹੀ ਕਥਾ ਸੈੱਟ ਕਰ ਦਿੰਦੀ ਹੈ। ਤਾਈਓ ਸਤਿਗੁਰੂ ਕਹਿੰਦੇ ਸੁਣ ਹਰ ਕਥਾ ਉਤਾਰੀ ਮੈਲ, ਔਗਣ ਵਿਕਣ ਪੱਲਰੀ, ਜਿਸ ਦੇਹ ਸੋ ਸੱਚੇ ਪਾਏ। ਬਲਿਹਾਰੀ ਗੁਰ ਆਪਣੇ, ਜਿਨ ਔਗਣ ਮੇਟ ਗੁਣ ਪ੍ਰਗਟੀ ਆਏ। ਅਤੇ ਬੁੱਧੀ ਰੂਪ ਪੱਲਰੀ ਜਿਹੜੀ ਪੱਲੇ ਵਿੱਚ, ਪੱਲਰ ਹੁੰਦਾ ਖਾਲੀ ਜਾਣ ਕੇ, ਔਗਣਾਂ ਨੂੰ ਵਿਕਣ ਦਾ ਅਰਥ ਹੈ ਤਿਆਗਿਆ। ਇਹ ਬੜੇ ਵਿਚਾਰ ਵਾਲੇ ਅਰਥ ਨੇ ਕਿ ਔਗਣ ਵਿਕਣ, ਵਿਕ ਗਈ, ਜਿਵੇਂ ਚੀਜ਼ ਵਿਕ ਗਈ, ਘਰੋਂ ਚਲੀ ਗਈ, ਇਸੇ ਪ੍ਰਕਾਰ ਔਗਣਾਂ ਨੂੰ ਵਿਕਣ ਤੋਂ ਭਾਵ ਇੱਥੇ ਤਿਆਗਿਆ। ਪੱਲਰੀ, ਔਗਣ ਵਿਕਣ ਪੱਲਰੀ। ਹੁਣ ਇਸ ਪ੍ਰਕਾਰ ਕਹਿੰਦੇ ਪੱਲਰ ਖਾਲੀ ਜਾਣ ਕੇ ਔਗਣਾਂ ਨੂੰ ਛੱਡ ਦਿੱਤਾ।
ਜਿਹਨੂੰ ਦਿੰਦਾ ਉਹੀ ਸੱਚੇ ਦੀ ਪ੍ਰਾਪਤੀ ਦੇ ਗੁਣਾਂ ਨੂੰ ਪ੍ਰਾਪਤ ਕਰਦਾ ਹੈ। ਔਗਣ ਜਿਹੜੇ ਦੂਰ ਕਰ ਦਿੱਤੇ, ਮੈਂ ਆਪਣੇ ਗੁਰਾਂ ਤੋਂ ਬਲਿਹਾਰ ਜਾਂਦਾ ਜਿਨ੍ਹਾਂ ਨੇ ਔਗਣ ਮੇੜ ਦਿੱਤੇ ਅਤੇ ਜਿਨ੍ਹਾਂ ਦੀ ਕਿਰਪਾ ਨਾਲ ਸ਼ੁਭ ਗੁਣ ਆ ਕੇ ਮੇਰੇ ਹਿਰਦੇ ਦੇ ਅੰਦਰ ਪ੍ਰਗਟ ਹੋ ਗਏ। ਜਦੋਂ ਔਗਣ ਵਿਕਣ ਤੋਂ ਭਾਵ ਛੱਡ ਦਿੱਤੇ ਤਾਂ ਆਤਮ ਬੁੱਧੀ ਜਿਹੜੀ ਪੱਲਰੀ ਪ੍ਰਫੁੱਲਤ ਹੋ ਗਈ। ਜਿਹਨੂੰ ਇਹ ਦਾਤ ਦੇਵੇ ਉਹੀ ਇਹ ਪ੍ਰਾਪਤ ਕਰ ਸਕਦਾ। ਕਹਿੰਦੇ ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਸਦਕੇ ਬਲਿਹਾਰ ਨੇ ਜਾਵਾਂ, ਜਿਹਨੇ ਮੇਰੇ ਔਗਣ ਨਾਸ ਕਰ ਦਿੱਤੇ ਅਤੇ ਜਿਹੜੇ ਸੀ ਗੁਣ ਸੀ ਮੇਰੇ ਅੰਦਰ ਦਬੇ ਹੋਏ, ਬਹੁਤ ਦੇਰ ਦੇ ਜਿਵੇਂ ਕਿਤੇ ਬੀਜ ਲੁਕੇ ਪਏ ਹੋਣ, ਉਹ ਪ੍ਰਗਟ ਹੋ ਗਏ ਹਿਰਦੇ ਦੇ ਵਿੱਚੋਂ। ਸ਼ੁਭ ਗੁਣ ਗੁਰਾਂ ਦੀ ਕਿਰਪਾ ਨਾਲ ਜਦੋਂ ਗੁਰਬਾਣੀ ਦੀ ਵਰਖਾ ਹੋਈ, ਅੰਮ੍ਰਿਤ ਵਰਖਾ, ਉਦੋਂ ਇਹ ਸ਼ੁਭ ਗੁਣ ਸੰਗਤ ਵਿੱਚ ਆ ਕੇ ਪ੍ਰਗਟ ਹੋਏ। ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆ ਲਾਏ। ਵੱਡਾ ਜੋ ਪਰਮਾਤਮਾ ਉਹਦੀ ਵਡਿਆਈ ਸਭ ਤੋਂ ਵੱਡੀ ਹੈ। ਗੁਰਮੁਖੀ ਉਸ ਦੀ ਵਡਿਆਈ ਨੂੰ ਆ ਲਾਏ ਹੁੰਦਾ ਕਥਨ ਕਰਦੇ ਨੇ। ਇਹ ਪਾਠ ਬੜੇ ਜ਼ਰੂਰੀ ਹੁੰਦੇ ਨੇ, ਜਿਵੇਂ ਐੜੇ ਨੂੰ ਕੰਨਾ ਲੱਲੇ ਕੰਨਾ। ਆਪਾਂ ਇਹਨੂੰ ਕਈ ਵਾਰੀ ਗਲਤੀ ਨਾਲ ਪਾਠ ਕਰਦੇ ਹਾਂ, ਅਲਾਏ ਵੀ ਕਹਿ ਜਾਂਦੇ ਹਾਂ, ਆ ਲਾਏ। ਸ਼ਲੋਕ ਮਹੱਲਾ ਚੌਥਾ। ਚੌਥੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਸਤਿਗੁਰ ਵਿੱਚ ਵੱਡੀ ਵਡਿਆਈ ਜੋ ਆਂਦਿਨ ਹਰ ਹਰ ਨਾਮ ਤੇ ਆਵੈ। ਸਤਿਗੁਰਾਂ ਵਿੱਚ ਕਿਹੜੀ ਵੱਡੀ ਵਡਿਆਈ ਹੈ ਜੀ? ਇਸ ਗੱਲ ਦੀ ਕਿਹੜੀ ਵੱਡੀ ਵਡਿਆਈ ਗੁਰਾਂ ਦੇ ਵਿੱਚ? ਆਪਾਂ ਉਹਨਾਂ ਨੂੰ ਸਤਿਗੁਰੂ ਕਿਉਂ ਕਹਿੰਦੇ ਆ? ਸਤ ਦੀ ਪ੍ਰਾਪਤੀ ਕਰਾਉਂਦੇ ਨੇ ਜਿਹੜੇ, ਤਾਂ ਉਹਨਾਂ ਨੂੰ ਸਤਿਗੁਰੂ ਕਿਉਂ ਕਹਿੰਦੇ ਆ? ਮਹਾਰਾਜ ਚੌਥੇ ਪਾਤਸ਼ਾਹ ਕਹਿੰਦੇ ਜਿਹੜਾ ਸਤਿਗੁਰ ਹੁੰਦੇ ਨੇ ਨਾ, ਜੋ ਰਾਤ ਦਿਨੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਧਿਆਉਂਦੇ ਹੀ ਰਹਿੰਦੇ ਨੇ। ਤੇ ਜਿਹੜੇ ਨਕਲੀ ਗੁਰੂ ਹੈ ਇਹਨਾਂ ਨੂੰ ਪੁੱਛੋ ਤਾਂ ਜਾ ਕੇ ਰਾਤ ਨੂੰ ਕੀ ਕਰਦੇ ਨੇ? ਕਾਲੀਆਂ ਕਰਤੂਤਾਂ ਕਰਦੇ ਨੇ, ਪੜਦੇ ਵੀ ਉਗੜ ਗਏ। ਇਸੇ ਪ੍ਰਕਾਰ ਦਿਨੇ ਵੀ ਮਾੜੇ ਕਰਮ ਕਰਦੇ ਨੇ, ਖਾਣੇ ਪੀਣੇ ਵੀ ਮਾੜੇ ਨੇ। ਸਤਿਗੁਰ ਦੀ ਨਿਸ਼ਾਨੀ ਹੈ ਜਿਹੜਾ ਰਾਤ ਦਿਨ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿਖ ਉਧਰੈ, ਨਾਨਕ ਹਰ ਗੁਣ ਗਾਓ। ਹਰ ਹਰ ਨਾਮ ਰਮਤ ਸੁਚ ਸੰਜਮ, ਹਰ ਨਾਮੇ ਹੀ ਤ੍ਰਿਪਤਾਵੈ। ਗੁਰੂ ਸੁਚ ਭਾਵ ਪਵਿੱਤਰਤਾ। ਸਤਿਗੁਰੂ ਜੀ ਪਵਿੱਤਰਤਾ ਨਾਲ ਜਿਹੜੀ ਹੈ ਨਾ ਸੰਜਮ ਹੁੰਦਾ, ਇੰਦਰੀਆਂ ਨੂੰ ਦਮਨ ਕਰਕੇ ਹਰ ਹਰ ਨਾਮ ਨੂੰ ਰਮਤ ਹੁੰਦਾ ਉਚਾਰਦੇ ਨੇ। ਤੇ ਵਾਹਿਗੁਰੂ ਨਾਮ ਦੁਆਰਾ ਹੀ, ਹਰੀ ਨਾਮ ਦੁਆਰਾ ਹੀ, ਰਾਮ ਨਾਮ ਦੁਆਰਾ ਹੀ ਮਨ ਨੂੰ ਤ੍ਰਿਪਤਾਉਂਦੇ ਨੇ। ਕਿਉਂਕਿ ਆਤਮਾ ਦੀ ਖੁਰਾਕ ਰੋਟੀ ਪਾਣੀ, ਇਹ ਖਾਣ ਵਾਲੀਆਂ ਚੀਜ਼ਾਂ, ਕੱਪੜਾ ਲੀੜਾ ਹੋਰ ਨਹੀਂ। ਆਤਮਾ ਦੀ ਖੁਰਾਕ ਸਿਰਫ ਨਾਮ ਹੈ। ਨਾਮ ਜਪਣ ਕਰਕੇ ਆਤਮਾ ਅੰਦਰੋਂ ਤ੍ਰਿਪਤ ਹੁੰਦੀ, ਸੰਤੋਖ ਦੇ ਸਹਿਤ ਹੁੰਦੀ, ਰੱਜ ਜਾਂਦੀ ਹੈ ਤੇ ਭੁੱਖ ਮਿਟ ਜਾਂਦੀ ਹੈ। ਬਹੁਤ ਸਾਰੇ ਲੋਕ ਪਦਾਰਥਾਂ ਦੇ ਰਾਹੀਂ, ਕੱਪੜਿਆਂ ਰਾਹੀਂ, ਪੈਸਿਆਂ ਰਾਹੀਂ ਆਤਮਾ ਨੂੰ ਰਜਾਉਣ ਦਾ ਯਤਨ ਕਰਦੇ ਨੇ। ਜਿਵੇਂ ਛੋਟਾ ਨਵਜੰਮਿਆ ਬੱਚਾ ਹੋਵੇ 2-4 ਦਿਨ ਦਾ, ਉਹ ਬੜਾ ਰੋਂਦਾ ਮਾਤਾ ਨੂੰ ਕਿ ਮੈਨੂੰ ਦੁੱਧ ਪਿਆਓ। ਤੇ ਨਿੱਕੇ ਨਿੱਕੇ ਉਹਦੇ ਭੈਣ ਭਰਾ ਕਈ ਵਾਰ ਦੇਖੇ ਆ, ਉਹ ਉਹਨੂੰ ਸੇਬ ਮੂੰਹ ਨੂੰ ਲਾਈ ਜਾਣਗੇ, ਕੋਈ ਰੋਟੀ ਦੀ ਬੁਰਕੀ ਲਾਊਗਾ ਵੀ ਇਹ ਖਾ ਲਾ, ਇਹ ਖਾ ਲਾ, ਲੈ ਚੁੱਪ ਕਰ ਜਾ। ਹੁਣ ਭਾਵੇਂ ਕੋਈ ਵੀ ਚੀਜ਼ 2-4 ਦਿਨਾਂ ਦੇ, ਮਹੀਨੇ 2 ਮਹੀਨੇ ਦੇ ਬੱਚੇ ਨੂੰ ਮੂੰਹ ਲਾਓ, ਨਹੀਂ ਖਾਂਦਾ। ਕਿਉਂਕਿ ਖੀਰ ਆਧਾਰ ਬਾਰਕ ਜਬ ਹੋਤਾ। ਹੁਣ ਜਦੋਂ ਬੱਚਾ, ਖੀਰ ਦਾ ਅਰਥ ਹੈ ਦੁੱਧ ਦੇ ਆਸਰੇ ਹੈ, ਤਾਂ ਆਪਾਂ ਪਹਿਲੇ ਦਿਨ ਹੀ ਕਿੱਥੋਂ ਸੇਬ ਖਵਾ ਦਈਏ ਉਹਨੂੰ? ਪਹਿਲੇ ਦਿਨ ਹੀ ਕਿਵੇਂ ਸੰਤਰੇ ਖਾ ਲਵੇਗਾ? ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਰੱਬ ਦੇ ਪਿਆਰੇ ਨੇ ਉਹ ਆਤਮਾ ਨੂੰ ਖੁਰਾਕ ਦਿੰਦੇ ਨੇ ਨਾਮ ਦੀ, ਤੇ ਲੋਕ ਦਿੰਦੇ ਨੇ ਆਤਮਾ ਨੂੰ ਖੁਰਾਕ। ਅਸੀਂ ਅੱਜ ਜੀ ਨਵੀਂ ਗੱਡੀ ਲਿਆਂਦੀ, ਅੱਜ ਨਵਾਂ ਫਰਿੱਜ ਲਿਆਂਦਾ, ਅਸੀਂ ਅੱਜ ਨਵਾਂ ਟੀਵੀ ਲਿਆਂਦਾ। ਇਹ ਕਿਤੇ ਆਤਮਾ ਇਹ ਨਾਲ ਰੱਜਦੀ ਆ? ਭਾਵੇਂ 100 ਫਿਲਮਾਂ ਦੇਖੀ ਜਾਓ, ਭਾਵੇਂ ਥਾਂ ਥਾਂ ਦੇ ਉੱਤੇ ਭਟਕਦੇ ਫਿਰੋ। ਅਸੀਂ ਹੁਣ ਨਵਾਂ ਮਕਾਨ ਲੈ ਲਿਆ, 2-4 ਦਿਨ ਤਾਂ ਮਨ ਖੁਸ਼ ਹੁੰਦਾ, ਫਿਰ ਉੱਥੇ ਹੀ ਆ ਜਾਂਦਾ ਮਨ। ਕੋਈ ਵੀ ਦੁਨਿਆਵੀ ਕੰਮ ਜਿਹਨੂੰ ਆਪਾਂ ਮੰਨਦੇ ਬੜੀ ਖੁਸ਼ੀ ਦਾ ਕੰਮ ਹੈ, ਇਹ ਲੜਕਾ ਹੋਇਆ ਜੀ, ਜਾਂ ਲੜਕਾ ਪਾਸ ਹੋ ਗਿਆ ਜੀ, ਇਹ ਲੜਕਾ ਦਾ ਵਿਆਹ ਹੋ ਗਿਆ ਜੀ, ਇਹ ਨੌਕਰੀ ਲੱਗ ਗਿਆ ਜੀ। ਆਤਮਾ ਦਾ ਇਹਨਾਂ ਚੀਜ਼ਾਂ ਨਾਲ ਕੀ ਸੰਬੰਧ ਹੈ? ਅੱਜ ਅਸੀਂ ਘਰ ਵਿੱਚ ਖਾਣ ਵਾਲੀਆਂ ਆਹ ਚੀਜ਼ਾਂ ਬਣਾਈਆਂ, ਅੱਜ ਅਸੀਂ ਹੁਣ ਉੱਥੇ ਉਹ ਖਾ ਕੇ ਆਏ ਆ। ਲੋਕ ਹੋਰ ਨਹੀਂ ਜੇ ਦੁਨੀਆ ਭਰ ਦੀਆਂ ਮਾੜੀਆਂ ਚੀਜ਼ਾਂ ਹੀ ਖਾਈ ਜਾਂਦੇ ਨੇ ਜਾ ਜਾ ਕੇ। ਆਤਮਾ ਨਾਲ ਉਹਨਾਂ ਦਾ ਕੀ ਮਤਲਬ ਹੈ? ਆਤਮਾ ਦੀ ਖੁਰਾਕ ਤਾਂ ਨਾਮ ਹੈ, ਗੁਰਬਾਣੀ ਹੈ। ਆਤਮਾ ਦੀ ਖੁਰਾਕ ਕੀਰਤਨ ਕਥਾ ਹੈ। ਜਿਨ੍ਹਾਂ ਨੇ ਕਥਾ ਨਹੀਂ ਸੁਣੀ, ਕੀਰਤਨ ਨਹੀਂ ਸੁਣਿਆ, ਬਾਣੀ ਨਹੀਂ ਪੜ੍ਹੀ, ਸਿਮਰਨ ਨਹੀਂ ਕੀਤਾ, ਉਹ ਭਾਵੇਂ ਸੋਨੇ ਦੇ ਹੀਰਿਆਂ ਦੇ ਢੇਰਾਂ ਦੇ ਉੱਤੇ ਬੈਠੇ ਰਹਿਣ। ਉਹਨਾਂ ਦਾ ਕੀ ਕਹਿੰਦੇ ਗੁਰੂ ਨਾਨਕ ਸਾਹਿਬ, ਹਰ ਬਿਨ ਜੀਓ ਜਲ ਬਲ ਜਾਓ। ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਆਤਮਾ ਦੀ ਖੁਰਾਕ ਹੈ,
ਇੰਦਰੀਆਂ ਨੂੰ ਦਮਨ ਕਰਕੇ ਵਾਹਿਗੁਰੂ ਵਾਹਿਗੁਰੂ ਉਚਾਰਦੇ ਰੱਬ ਦੇ ਪਿਆਰੇ। ਸਤਿਗੁਰੂ ਜੀ ਆਪ ਪਹਿਲਾਂ ਉਚਾਰਦੇ, ਫਿਰ ਪਿਆਰਿਆਂ ਤੋਂ ਕਹਿੰਦੇ ਨੇ ਭਾਈ ਵਾਹਿਗੁਰੂ ਕਹੋ। ਹਰ ਨਾਮ ਤਾਣ ਹਰ ਨਾਮ ਦੀ ਮਾਣ, ਹਰ ਨਾਮੋ ਰੱਖ ਕਰਾਵੈ। ਸਤਿਗੁਰਾਂ ਨੂੰ ਹਰੀ ਨਾਮ ਦਾ ਤਾਣ ਤੋਂ ਭਾਵ ਬਲ ਹੈ। ਹਰੀ ਨਾਮ ਦਾ ਹੀ ਦੀਵਾਨ ਆਸਰਾ ਹੈ ਅਤੇ ਹਰੀ ਨਾਮ ਹੀ ਉਹਨਾਂ ਦੀ ਰੱਖਿਆ ਕਰਨ ਵਾਲਾ ਹੈ। ਕਹਿੰਦੇ ਇਹਦੇ ਰੱਖ ਪਾਈ ਫਲਾਣੇ ਬੰਦੇ ਦੇ। ਹੁਣ ਸਤਿਗੁਰੂ ਕਹਿੰਦੇ ਹਰ ਨਾਮੋ ਰੱਖ ਕਰਾਵੈ, ਤੇ ਨਾਮ ਦੀ ਰਾਖੀ ਪਾ ਲਓ ਤਾਂ ਸਿੱਧੀ। ਮਹਾਰਾਜ ਕਹਿੰਦੇ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ, ਸਰਬ ਰੱਖਿਆ ਗੁਰਦਇਆਲ ਹੈ, ਪੈ ਦੁਖ ਬਿਨਾਸਨ ਹੈ, ਭਗਤ ਵਛਲਾ ਨਾਥ ਨਾਥੇ ਸਰਣ ਨਾਨਕ ਪੁਰਖ ਅਚੁੱਤ ਹੈ। ਤਾਤੀ ਵਾਵ ਨਾ ਲੱਗਈ ਪਾਰ ਬ੍ਰਹਮ ਸਰਨਾਈ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਇਹ ਜਿਹੇ ਸ਼ਬਦ ਇਹ ਸਾਰੇ ਰੱਖਿਆ ਦੇ ਸ਼ਬਦ ਹੀ ਨੇ। ਇਹ ਹਰੀ ਦਾ ਨਾਮ ਹੀ ਤਾਂ ਰੱਖਿਆ ਕਰਦਾ। ਮੂਲ ਮੰਤਰ ਪੜ੍ਹੀ ਜਾਓ, ਰੱਖਿਆ ਹੀ ਕਰਦਾ। ਵਾਹਿਗੁਰੂ ਮੰਤਰ ਗੋਬਿੰਦੇ ਮੁਕੰਦੇ ਚੌਪੀ ਸਾਹਿਬ ਦੇ ਪਾਠ ਰੱਖਿਆ ਵਾਸਤੇ ਉਚਾਰਨ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਨੇ। ਜੋ ਚਿਤ ਲਾਏ ਪੂਜੇ ਗੁਰਮੂਰਤ, ਸੋ ਮਨ ਇੱਛੇ ਫਲ ਪਾਵੈ। ਜਿਹੜਾ ਕੋਈ ਵੀ ਗੁਰਮੁਖ ਪਿਆਰਾ ਹੈ, ਕੋਈ ਵੀ ਰੱਬ ਦਾ ਬੰਦਾ ਹੈ, ਕੋਈ ਸਤਸੰਗੀ ਪੁਰਸ਼ ਹੈ, ਕੋਈ ਮਨੁੱਖ ਚਿੱਤ ਲਗਾ ਕੇ ਗੁਰਾਂ ਦੀ ਮੂਰਤੀ ਦਾ ਪੂਜਨ ਕਰਦਾ। ਹੁਣ ਗੁਰਮੂਰਤ ਗੁਰ ਸ਼ਬਦ ਹੈ ਵੀ ਠੀਕ ਹੈ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਹੁਣ ਆਪਣੇ ਲਈ ਗੁਰਮੂਰਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦਾ ਹੈ ਭਾਵਨਾ ਨਾਲ ਸਾਰਾ ਦਿਨ, ਉਹ ਮਨ ਇੱਛਤ ਭਾਵ ਮਨ ਭਾਉਂਦੇ ਫਲ ਪ੍ਰਾਪਤ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਸੇਵਾ ਨਾਲ ਤਾਂ ਚੌਰ ਕਰੀ ਜਾਓ, ਨਾਲੇ ਵਾਹਿਗੁਰੂ ਮੂਲ ਮੰਤਰ ਜਪਜੀ ਸਾਹਿਬ ਦਾ ਪਾਠ, ਸੁਖਮਨੀ ਸਾਹਿਬ ਦਾ ਪਾਠ ਕਰੀ ਜਾਓ। ਇਸ ਤਰ੍ਹਾਂ ਗੁਰੂ ਦੀ ਮੂਰਤ ਨੂੰ, ਗੁਰੂ ਦੇ ਸਰੂਪ ਨੂੰ, ਜਿਹੜਾ ਗੁਰੂ ਦਾ ਸ਼ਬਦ ਹੈ, ਇਹਦਾ ਅਭਿਆਸ ਕਰੀ ਜਾਓ। 4 ਪ੍ਰਕਾਰ ਦੇ ਦਰਸ਼ਨਾਂ ਵਿੱਚੋਂ ਇਹ ਵੀ ਇੱਕ ਦਰਸ਼ਨ ਹੈ ਜੋ ਗੁਰਮੂਰਤੀ ਦਾ ਪੂਜਨ ਵਾਲਾ। ਇਸ ਵਾਸਤੇ ਮਹਾਰਾਜ ਨੇ ਕਿਹਾ ਜਿਵੇਂ ਗੁਰੂ ਸਾਹਿਬ ਦੇ ਆਪਾਂ ਚਿੱਤਰ ਦਰਸ਼ਨ ਕਰਦੇ ਆ, ਉਹ ਵੀ ਤਾਂ ਉੱਥੇ ਹੀ ਧਿਆਨ ਲੈ ਕੇ ਜਾਂਦੇ ਨੇ। ਭਾਵੇਂ ਗੁਰੂ ਨਾਨਕ ਸਾਹਿਬ ਦੀ 10ਵੇਂ ਪਾਤਸ਼ਾਹ ਦੇ ਜਿਹੜੀ ਫੋਟੋ ਬਣੀ ਹੋਈ ਆ, ਉਹ ਭਾਵੇਂ ਮੰਨਦੇ ਆ ਕਿ ਅਸਲੀ ਨਹੀਂ, ਪਰ ਗੁਰੂ ਨਾਨਕ ਸਾਹਿਬ ਦੀ ਫੋਟੋ ਨੂੰ ਦੇਖ ਕੇ ਕੋਈ ਹੋਰ ਨਹੀਂ ਯਾਦ ਆਉਂਦਾ, ਗੁਰੂ ਨਾਨਕ ਸਾਹਿਬ ਹੀ ਯਾਦ ਆਉਂਦੇ ਨੇ। ਇਹਦੇ ਨਾਲ ਜਗਿਆਸੂ ਨੂੰ ਆਕਾਰ ਦਾ ਪ੍ਰਭਾਵ ਬਣਿਆ ਰਹਿੰਦਾ। ਜਦੋਂ ਥੋੜ੍ਹੀ ਜਿਹੀ ਉੱਚੀ ਅਵਸਥਾ ਹੁੰਦੀ, ਫਿਰ ਉਹ ਸ਼ਬਦ ਦੇ ਅਧੀਨ ਹੋ ਜਾਂਦਾ। ਨਵੇਂ ਜਿਵੇਂ ਬੱਚੇ ਨੂੰ ਸ਼ੁਰੂ ਦੇ ਵਿੱਚ A ਫਾਰ ਐਪਲ, B ਫਾਰ ਬੁਆਏ ਲਿਖਿਆ ਹੁੰਦਾ, ਨਾਲ ਐਪਲ ਦੀ ਫੋਟੋ, ਬੁਆਏ ਦੀ ਫੋਟੋ, C ਫਾਰ ਕੈਟ ਲਿਖ ਕੇ ਬਿੱਲੀ ਦੀ ਫੋਟੋ। ਉਹ ਪਹਿਲਾਂ ਉਹ ਨਿਆਣਾ ਆਪਾਂ ਕਹਿੰਦੇ ਦੇਖ ਕਿੱਡੀ ਸੋਹਣੀ ਬਿੱਲੀ ਹੈ। D ਫਾਰ ਡੌਗ ਲਿਖਿਆ ਹੁੰਦਾ ਜਿੱਥੇ, ਤੇ ਫਿਰ ਉਹ ਕੁੱਤੇ ਦੀ ਫੋਟੋ ਛਾਪੀ ਹੁੰਦੀ ਆ ਉੱਥੇ। ਉਹ ਨਿਆਣਾ ਪਹਿਲਾਂ ਪਰਚਦਾ ਆਕਾਰ ਵਿੱਚ, ਹੌਲੀ ਹੌਲੀ ਉਹਦੇ ਵਿੱਚੋਂ ਕੱਢ ਲਿਆ ਜਾਂਦਾ। ਫਿਰ ਪਹਿਲੀ ਕਲਾਸ, ਦੂਸਰੀ ਕਲਾਸ, ਤੀਸਰੀ ਕਲਾਸ ਵਿੱਚ, ਫਿਰ ਅੱਗੇ ਜਾ ਕੇ ਜਦੋਂ ਹੋਰ ਫੋਟੋਆਂ ਵੀ ਆ ਜਾਂਦੀਆਂ ਨੇ, ਫੁੱਲਾਂ ਦਾ ਗਿਆਨ ਸਾਇੰਸ ਵਾਲੇ ਦਿੰਦੇ ਨੇ ਜਦੋਂ, ਫਿਰ ਫਲਾਂ ਦਾ ਗਿਆਨ ਦਿੱਤਾ ਜਾਂਦਾ, ਮਕਰੰਦ ਦਿਖਾਇਆ ਜਾਂਦਾ। ਇਸੇ ਪ੍ਰਕਾਰ ਸਾਰੇ ਆਕਾਰ ਵੱਡੀਆਂ ਕਲਾਸਾਂ ਵਿੱਚ ਵੀ ਆਉਂਦੇ ਨੇ। ਤੇ ਜਦੋਂ ਇਸੇ ਪ੍ਰਕਾਰ ਬ੍ਰਹਮ ਦਾ ਤਾਂ ਕੋਈ ਆਕਾਰ ਹੀ ਨਹੀਂ ਵਾਸਤਵ ਦੇ ਵਿੱਚ, ਪਰ ਮਨ ਨੂੰ ਪਹਿਲਾਂ ਲਾਉਣ ਲਈ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਕਰਾਂਗੇ, ਜਾਂ ਇੱਕ ਓੰਕਾਰ ਦਾ ਧਿਆਨ ਕਰਾਂਗੇ, ਵਾਹਿਗੁਰੂ ਮੰਤਰ ਦਾ ਧਿਆਨ ਕਰਾਂਗੇ, ਜਾਂ ਗੁਰਾਂ ਦੇ ਸਾਹਮਣੇ ਜਿਵੇਂ ਸਰੂਪ ਲੱਗੇ ਹੋਣ ਫਿਰ ਉਹਨਾਂ ਦਾ ਧਿਆਨ ਫੋਟੋ ਰੂਪ 'ਚ ਕਰਕੇ, ਔਰ ਉਹਨਾਂ ਦੀ ਭਾਵਨਾ ਮਨ ਦੇ ਅੰਦਰ ਬਣ ਜਾਂਦੀ ਹੈ। ਜੇ ਫਿਰ ਪ੍ਰਕਾਸ਼ ਸਰੂਪ ਦਾ ਧਿਆਨ ਕਰਨਾ, ਫਿਰ ਹਿਰਦੇ 'ਚ ਪ੍ਰਕਾਸ਼ ਸਰੂਪ ਦਾ ਧਿਆਨ ਧਰ ਕੇ ਸਤਿਗੁਰੂ ਆਪੇ ਕੱਢ ਲੈਣਗੇ। ਇੰਨੇ ਫਿਕਰ ਦੀ ਲੋੜ ਨਹੀਂ ਕਿ ਇਹਨੇ ਫੋਟੋ ਦੇ ਦਰਸ਼ਨ ਕਰ ਲਏ। ਮਹਾਰਾਜ ਪਾਤਸ਼ਾਹ ਤਾਂ ਸਾਰਿਆਂ ਸਰੂਪਾਂ ਦੇ ਵਿੱਚ ਹੀ ਬੈਠੇ, ਜਿਹਾ ਜਿਹਾ ਮਰਜ਼ੀ ਇੱਛਾ ਕਰ ਲਓ। ਅਕਾਲ ਪੁਰਖ ਦਾ ਕੋਈ ਆਕਾਰ, ਕੋਈ ਸਰੂਪ ਨਹੀਂ, ਉਹ ਤਾਂ ਪ੍ਰਕਾਸ਼ ਸਰੂਪ ਹੈ। ਜਦੋਂ ਪ੍ਰਕਾਸ਼ ਦਿਖਣ ਲੱਗ ਜਾਂਦਾ, ਜੇ ਫੁਰਨਾ ਬਣ ਜੇ ਕਿ ਮੈਨੂੰ ਤਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ, ਉਹ ਪ੍ਰਕਾਸ਼ ਹੀ ਗੁਰੂ ਨਾਨਕ ਸਾਹਿਬ ਰੂਪ ਹੋ ਜਾਂਦੇ ਆ। ਜੇ ਜਿਹੜਾ ਮਰਜ਼ੀ ਸੰਕਲਪ ਕਰ ਲਓ, ਪ੍ਰਕਾਸ਼ ਉਹੀ ਰੂਪ ਧਾਰ ਲੈਂਦਾ। ਜਿਵੇਂ ਭੱਟਾਂ ਨੇ ਜਦ ਆ ਕੇ ਮੱਥਾ ਟੇਕਿਆ, ਫੁਰਨਾ ਕੀਤਾ ਹਰਿਮੰਦਰ ਸਾਹਿਬ ਦੇ ਵਿੱਚ ਕਿ ਜੇ ਸਾਨੂੰ ਗੁਰੂ ਸਾਹਿਬ ਵਿਸ਼ਨੂੰ ਰੂਪ ਹੋ ਕੇ ਦਿਖਣ। ਹੁਣ ਗੁਰੂ ਸਾਹਿਬ ਦਾ ਤਾਂ ਕੋਈ ਰੂਪ ਹੀ ਨਹੀਂ, ਸਤਿਗੁਰੂ ਜੀ ਨੇ ਉਹੀ ਰੂਪ ਦਿਖਾ ਦਿੱਤਾ, ਕਿਉਂਕਿ ਉਹਨਾਂ ਦੀ ਇੱਕ ਵਾਰ ਭਾਵਨਾ ਵੱਜ ਗਈ, ਫਿਰ ਉਹਨਾਂ ਨੂੰ ਦਿਖਾ ਦਿੱਤਾ ਕਿ ਅਸੀਂ ਆਪ ਹੀ ਹਾਂ। ਕਿਉਂ? ਪਰਮੇਸ਼ਰ ਸਾਰੇ ਸਰਬ ਵਿਆਪਕ ਰੂਪ ਹੈ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਤਿਸ ਕਰਤਾ ਮਾਰ ਦੇਵਾਵੈ। ਜਿਹੜਾ ਮਨੁੱਖ ਪੂਰਿਆਂ ਸਤਿਗੁਰਾਂ ਦੀ ਨਿੰਦਾ ਕਰਦਾ, ਉਹਨੂੰ ਕਰਤਾ ਪੁਰਖ ਵਾਹਿਗੁਰੂ ਮਾਰ ਦਿਵਾਉਂਦਾ, ਭਾਵ ਬੜੀ ਮਾਰ ਪਵਾਉਂਦਾ। ਉਹਨੂੰ ਬਹੁਤ ਮਾਰ ਪੈਂਦੀ ਨਿੰਦਕਾਂ ਨੂੰ। ਫਿਰ ਉਹ ਵੇਲਾ ਉਸ ਹੱਥ ਨਾ ਆਵੈ, ਉਹ ਆਪਣਾ ਬੀਜਿਆ ਆਪੇ ਖਾਵੈ। ਫਿਰ ਉਹ ਪੁਰਸ਼ ਨੂੰ ਲੰਘ ਗਿਆ ਵੇਲਾ ਹੱਥ ਨਹੀਂ ਆਉਂਦਾ। ਸਾਰੀ ਜ਼ਿੰਦਗੀ ਜਿਹਨੇ ਨਿੰਦਾ ਕਰ ਕਰਕੇ ਗੁਜ਼ਾਰ ਲਈ,
ਜਿਸ ਵੇਲੇ ਇਹਨੇ ਸਤਿਗੁਰਾਂ ਦੀ ਨਿੰਦਿਆ ਕੀਤੀ ਸੀ, ਉਹ ਆਪਣਾ ਨਿੰਦਿਆ ਦਾ ਬੀਜ ਬੀਜਿਆ ਫਿਰ ਆਪ ਹੀ ਖਾਂਦਾ। ਪਰ ਸਤਿਗੁਰੂ ਜੀ ਨੇ ਇਹ ਅਸ਼ਟਪਦੀ ਵਿੱਚ ਲਿਖਿਆ ਵੀ ਹੈ, ਮਹਾਂਪੁਰਖਾਂ ਦੀ ਅਸ਼ਟਪਦੀ ਦੇ ਵਿੱਚ, ਕਿ ਜੇ ਸੰਤਾਂ ਮਹਾਤਮਾ ਦੇ ਚਰਨੀ ਉਹ ਜਾ ਕੇ ਪੈ ਵੀ ਜਾਂਦਾ ਕੋਈ ਨਿੰਦਕ, ਸੋ ਜਿਵੇਂ ਕੋਈ ਮਹਾਂਪੁਰਖ ਜਦੋਂ ਰਾੜੇ ਵਾਲੇ ਸੰਤ ਬਾਬਾ ਈਸ਼ਰ ਸਿੰਘ ਜੀ ਇੰਗਲੈਂਡ ਨੂੰ ਚੱਲਣ ਲੱਗੇ, ਉਹ ਪਿੰਡ ਦਾ ਇੱਕ ਲੰਬੜਦਾਰ ਕਹਿੰਦੇ ਉਹ ਬੜੀ ਨਿੰਦਿਆ ਕਰਿਆ ਕਰੇ, ਬਹੁਤ ਨਿੰਦਿਆ ਕਰਿਆ ਕਰੇ ਮਹਾਂਪੁਰਖਾਂ ਦੀ। ਕਹਿੰਦੇ ਕਿਸੇ ਨੇ ਦੱਸਿਆ ਉਹ ਤਾਂ ਹੁਣ ਚੱਲੇ ਨੇ, ਕਹਿੰਦੇ ਉਹ ਆ ਕੇ ਚਰਨੀ ਪੈ ਗਿਆ। ਕਹਿੰਦਾ ਮਹਾਰਾਜ ਜੀ ਮੈਂ ਤੁਹਾਡੀ ਬਹੁਤ ਨਿੰਦਿਆ ਕੀਤੀ ਹੈ, ਬੜਾ ਮਾੜਾ ਕਰਦਾ ਰਿਹਾ। ਕਹਿੰਦੇ ਕੋਈ ਨਹੀਂ ਭਾਈ, ਮੈਂ ਕਿਹੜਾ ਗੁੱਸਾ ਕਰਦਾ, ਮੈਂ ਕਿਹੜਾ ਮਾੜਾ ਕਿਹਾ ਤੈਨੂੰ। ਕਹਿੰਦੇ ਨਹੀਂ ਜੀ ਮੈਨੂੰ ਬਖਸ਼ ਲਓ। ਕਹਿੰਦੇ ਮੇਰੇ ਮਨ 'ਚ ਤਾਂ ਕੋਈ ਨਹੀਂ। ਕਹਿੰਦਾ ਅਸੀਂ ਕੀ ਬਖਸ਼ਣਾ। ਕਹਿੰਦੇ ਨਹੀਂ ਜੀ ਬਾਣੀ 'ਚ ਲਿਖਿਆ ਹੋਇਆ ਵੀ ਜੇ ਸੰਤ ਚਾਹਣ ਤਾਂ ਬਖਸ਼ ਲੈਂਦੇ ਨੇ। ਮਹਾਂਪੁਰਖ ਹੱਸ ਕੇ ਕਹਿੰਦੇ ਚੰਗਾ ਬਾਣੀ ਪੜ੍ਹਿਆ ਕਰ, ਮਹਾਰਾਜ ਕਿਰਪਾ ਕਰਨਗੇ ਤੈਨੂੰ ਅਗਲਾ ਜਨਮ ਮਨੁੱਖ ਦਾ ਫੇਰ ਮਿਲ ਜੂ, ਫਿਰ ਉਦੋਂ ਤੂੰ ਭਗਤੀ ਕਰਕੇ ਸੁਧਾਰ ਕਰ ਲਈ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਨਿੰਦਕ ਜਿਹੜੇ ਨੇ ਜੇ ਉਹ ਬਖਸ਼ਾ ਲੈਣ ਤਾਂ ਬਖਸ਼ ਵੀ ਲੈਂਦੇ ਸਤਿਗੁਰੂ, ਪਰ ਜੇ ਬਖਸ਼ਾਉਣ ਹੀ ਨਾ ਸਾਰੀ ਜ਼ਿੰਦਗੀ, ਫਿਰ ਕਹਿੰਦੇ ਆਪਣਾ ਬੀਜਿਆ ਆਪ ਹੀ ਖਾਂਦਾ ਹੈ। ਫਿਰ ਕਹਿੰਦਾ ਬੀਜਿਆ ਕੀ ਖਾਂਦਾ ਜੀ, ਕਿਵੇਂ ਖਾਂਦਾ। ਨਰਕ ਕੋਰ ਮੋਹਿ ਕਾਲੈ ਖੜਿਆ, ਜਿਉ ਤਸਕਰ ਪਾਏ ਗਲਾਵੈ। ਕਹਿੰਦੇ ਉਹ ਕਾਲੇ ਮੂੰਹ ਵਾਲੇ ਗੁਰ ਨਿੰਦਕ ਨੂੰ ਜਮਦੂਤਾਂ ਨੇ ਕੁੰਭੀ ਨਰਕ 'ਚ ਇਸ ਤਰ੍ਹਾਂ ਖੜਿਆ, ਇਹ ਮਾਝੇ ਦੀ ਬੋਲੀ ਆ, ਉੱਥੇ ਖੜਿਆ ਉਹਨੂੰ ਫਲਾਨੇ ਨੂੰ, ਜਿਵੇਂ ਚੋਰ ਨੂੰ ਗਲ ਵਿੱਚ ਗਲਾਵਿਆ ਹੁੰਦਾ, ਫਾਹਾ ਪਾ ਕੇ ਹੱਥ ਕੜੀਆਂ ਨਾਲ ਬੰਨ੍ਹ ਕੇ ਲਿਜਾਂਦੇ ਨੇ। ਕਹਿੰਦੇ ਫਿਰ ਉਹ ਬਚੂਗਾ ਕਿਵੇਂ, ਹੁਣ ਉਹਦਾ ਕੋਈ ਇਲਾਜ ਵੀ ਦੱਸ ਦਿਓ। ਫਿਰ ਸਤਿਗੁਰੂ ਕੀ ਸਰਣੀ ਪਵੈ ਤਾਂ ਉੱਬਰੈ, ਜਾਂ ਹਰ ਹਰ ਨਾਮ ਤੇ ਆਵੈ। ਕਹਿੰਦੇ ਜਾਂ ਸਤਿਗੁਰਾਂ ਦੀ ਸ਼ਰਨ ਵਿੱਚ ਪੈ ਕੇ ਵਾਹਿਗੁਰੂ ਵਾਹਿਗੁਰੂ ਨਾਮ ਤੇ ਆਵੇ ਨਾ, ਕਹਿੰਦੇ ਫਿਰ ਉਹ ਬਚ ਜਾਂਦਾ। ਜਿਹੜੇ ਨਿੰਦਕ ਨੇ, ਜਿਹੜੇ ਦੋਖੀ ਨੇ ਗੁਰੂ ਘਰ ਦੇ, ਇਹਨਾਂ ਦਾ ਕੋਈ ਇਲਾਜ ਨਹੀਂ। ਉਹ ਵੀ ਸੁਣ ਲੈਣ ਵੀ ਜੇ ਉਹਨਾਂ ਨੇ ਬਖਸ਼ਾਉਣਾ ਤਾਂ ਉਹ ਬਖਸ਼ਾ ਲੈਣ ਇਸੇ ਜਨਮ ਦੇ ਵਿੱਚ। ਮੁੜ ਕੇ ਜੇ ਬਣਾਤਾ ਨਾ ਚੂਹਾ, ਬਿੱਲੀ, ਕੁੱਕਰ, ਸੂਰ, ਫੇਰ ਨਹੀਂ ਬਖਸ਼ਣਾ ਕਿਸੇ ਨੇ, ਫਿਰ ਜੂਨਾਂ ਦੇ ਵਿੱਚ ਹੀ ਪਿਆ ਰਹੇਗਾ। ਇਸ ਕਰਕੇ ਜਿਹੜੇ ਇੱਧਰ ਉੱਧਰ ਭਟਕਦੇ ਫਿਰਦੇ, ਉਹ ਬਖਸ਼ਾ ਲਓ ਆਪਣੇ ਆਪ ਨੂੰ। ਪੰਜਾਂ ਪਿਆਰਿਆਂ ਕੋਲ ਆ ਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਬਖਸ਼ਾ ਲਓ ਆਪਣੇ ਆਪ ਨੂੰ। ਤਾਂ ਮਹਾਰਾਜ ਕਹਿੰਦੇ ਫਿਰ ਉਹ ਨਾਮ ਜਪਦਾ, ਗੁਰੂ ਦੀ ਸ਼ਰਨ ਵਿੱਚ ਆ ਕੇ ਬਚ ਜਾਂਦਾ। ਹਰ ਬਾਤਾਂ ਆਖ ਸੁਣਾਏ, ਨਾਨਕ ਹਰ ਕਰਤੇ ਏਵੈ ਭਾਵੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਫਰਮਾਉਂਦੇ ਨੇ, ਇਹ ਅਸਾਂ ਨੇ ਹਰੀ ਦੇ ਦਰ ਦੀਆਂ ਗੱਲਾਂ ਕਹਿ ਕੇ ਸੁਣਾਈਆਂ ਨੇ, ਉਹਦੇ ਬਚਨ ਸੁਣਾਏ ਨੇ। ਹਰੀ ਦੇ ਦਰ ਦੀਆਂ ਮੈਂ ਕੋਲੋਂ ਨਹੀਂ ਕਹਿੰਦੇ ਸੁਣਾਉਂਦਾ, ਹਰੀ ਕਰਤੇ ਨੂੰ ਇਸੇ ਤਰ੍ਹਾਂ ਹੀ ਪਾਉਂਦਾ, ਅਕਾਲ ਪੁਰਖ ਨਿਰੰਕਾਰ ਨੂੰ ਇਸੇ ਤਰ੍ਹਾਂ ਹੀ ਪਾਉਂਦਾ। ਮਹੱਲਾ ਚੌਥਾ। ਚੌਥੇ ਪਾਤਸ਼ਾਹ ਫਰਮਾਉਂਦੇ ਨੇ, ਪੂਰੇ ਗੁਰ ਕਾ ਹੁਕਮ ਨ ਮੰਨੈ, ਉਹ ਮਨਮੁਖ ਅਗਿਆਨ ਮੁੱਠਾ ਬਿਖਮਾਇਆ। ਜੋ ਮਨੁੱਖ ਪੂਰਿਆਂ ਗੁਰਾਂ ਦਾ ਹੁਕਮ ਨਹੀਂ ਮੰਨਦਾ, ਉਹ ਮਨਮੁਖ ਅਗਿਆਨੀ ਵਿਉ ਰੂਪ ਮਾਇਆ ਕਰਕੇ ਮੁੱਠਾ ਹੁੰਦਾ, ਲੁੱਟਿਆ ਗਿਆ। ਕਿਉਂਕਿ ਪੂਰਿਆਂ ਗੁਰਾਂ ਦੇ ਹੁਕਮਨਾਮੇ ਨੂੰ ਤਾਂ ਕੋਈ ਸੁਣਦਾ ਹੀ ਨਹੀਂ, ਤੇ ਅਧੂਰੇ ਗੁਰੂ ਦੀ ਗੱਲ ਨੂੰ ਲੋਕ ਸੁਣੀ ਜਾਂਦੇ ਨੇ। ਤੇ ਇਹਨਾਂ ਤੇ ਤਰਸ ਵੀ ਆਉਂਦਾ ਵੀ ਵਿਚਾਰੇ ਕਿੱਥੇ ਫਸ ਗਏ ਇਹ ਹੁਣ ਮਨੁੱਖਾ ਜੂਨ ਖਰਾਬ ਕਰ ਲੈਣੀ ਹੈ, ਮੁੜ ਕੇ ਇਹਨਾਂ ਨੂੰ ਜੂਨ ਮਿਲਣੀ ਨਹੀਂ, ਜੂਨਾਂ ਵਿੱਚੋਂ ਕਿਸੇ ਨੇ ਕੱਢਣਾ ਨਹੀਂ। ਜਿਵੇਂ ਲਧਾਈ ਕੇ ਨਗਰ ਛੇਵੇਂ ਪਾਤਸ਼ਾਹ ਨੇ ਸੱਪ ਦਾ ਉਧਾਰ ਕੀਤਾ ਚਰਨ ਛੁਆ ਕੇ, ਫਿਰ ਵੇਖ ਲਓ ਕਿੰਨੇ ਕਿਰਮ ਨਿਕਲੇ ਉਹਦੇ ਵਿੱਚੋਂ, ਕੁਰਬੜ ਕੁਰਬੜ ਕਰਦੇ। ਉਹਦੀ ਰੂਹ ਨਿਕਲ ਕੇ ਸਾਹਮਣੇ ਖੜ ਗਈ, ਕਹਿੰਦਾ ਮਹਾਰਾਜ ਮੈਂ ਨਕਲੀ ਗੁਰੂ ਸੀ, ਆ ਮੇਰੇ ਚੇਲੇ ਮੇਰੀ ਜਾਨ ਖਾਂਦੇ ਸੀ, ਸ਼ੁਕਰ ਹੈ ਤੁਸੀਂ ਮੇਰਾ ਖਹਿੜਾ ਛਡਾ ਦਿੱਤਾ। ਉਸ ਅੰਦਰ ਕੂੜ ਕੂੜੋ ਕਰ ਬੁੱਝੈ, ਅਣਹੋਂਦੇ ਝਗੜੇ ਦੈ ਉਸ ਦੈ ਗਲ ਪਾਇਆ। ਕਹਿੰਦੇ ਉਹਦੇ ਅੰਦਰ ਝੂਠ ਹੈ, ਇਸ ਲਈ ਉਹ ਸੱਚ ਨੂੰ ਵੀ ਝੂਠ ਕਰਕੇ ਬੁੱਝਿਆ ਤੋਂ ਪਾਪ ਸਮਝਦਾ। ਦੈ ਹੁੰਦਾ ਪ੍ਰੇਰਕ, ਦੱਦਾ ਯਈਏ ਸਿਹਾਰੀ। ਦੈ ਤੋਂ ਪਾਪ ਪ੍ਰੇਰਕ ਪਰਮਾਤਮਾ ਨੇ ਅਣਹੁੰਦੇ ਝਗੜੇ ਉਹਦੇ ਗਲ ਪਾਤੇ। ਅਣਹੁੰਦੇ ਝਗੜੇ ਉਹਨੇ ਜੋ ਹੋਣੇ ਕਿਸੇ ਹੋਰ ਦੇ ਤੇ ਪੈ ਕਿਸੇ ਦੇ ਹੋਰ ਗਲ ਜਾਣ। ਐਵੇਂ ਧੱਕੇ ਨਾਲ ਹੀ ਉਹਦੇ ਗਲ ਹੀ ਝਗੜਾ ਪੈ ਗਿਆ। ਕਹਿੰਦਾ ਮੈਂ ਤਾਂ ਇਹ ਕੰਮ ਕੀਤਾ ਹੀ ਨਹੀਂ, ਮੈਂ ਤਾਂ ਐਵੇਂ ਹੀ ਮਾਰਿਆ ਗਿਆ ਇਹਦੇ 'ਚ, ਮੈਂ ਤਾਂ ਇਹ ਗਲਤੀ ਨਹੀਂ ਸੀ ਕੀਤੀ। ਫਿਰ ਜਦੋਂ ਸਤਿਗੁਰਾਂ ਨਾਲ ਵੈਰ ਕਮਾਉਂਦੇ ਹੋ, ਫਿਰ ਅਣਜਾਣੇ ਝਗੜੇ ਗਲ ਪੈਂਦੇ ਨੇ। ਹੋਰ ਦੇ ਝਗੜੇ ਉਹ ਗੁਰਨਿੰਦਕ ਦੇ ਗਲ ਪਾ ਦਿੱਤੇ ਫਿਰ ਪਰਮੇਸ਼ਰ ਨੇ। ਉਹ ਗੱਲ ਫਰੋਸੀ ਕਰੇ ਬਹੁ ਤੇਰੀ, ਉਸ ਦਾ ਬੋਲਿਆ ਕਿਸੇ ਨਾ ਭਾਇਆ। ਉਹ ਗੁਰਨਿੰਦਕ ਬਹੁਤ ਹੀ ਗੱਲਾਂ ਨੂੰ ਫਰੋਸ਼ੀ ਤੋਂ ਭਾਵ ਵੇਚਣਾ ਕਰਦਾ, ਅਰਥਾਤ ਮਿੱਠੀਆਂ ਮਿੱਠੀਆਂ ਗੱਲਾਂ ਸੁਣਾ ਕੇ ਅਗਲੇ ਨੂੰ ਠੱਗ ਲੈਂਦਾ। ਕਥਾ ਕੀਰਤਨ ਨੂੰ ਵੇਚ ਕੇ ਮਾਇਆ ਇਕੱਠੀ ਕਰਦਾ। ਇਸ ਲਈ ਉਹਦਾ ਬੋਲਿਆ ਹੋਇਆ ਬਚਨ ਕਿਸੇ ਨੂੰ ਭਾਇਆ ਤੋਂ ਭਾਵ ਚੰਗਾ ਹੀ ਨਹੀਂ ਲੱਗਿਆ, ਨਹੀਂ ਚੰਗਾ ਲੱਗਦਾ। ਫਿਰ ਉਹ ਘਰ ਘਰ ਹੰਡੈ ਜਿਉ ਰੰਨ ਦੁਹਾਗਣ, ਉਸ ਨਾਲ ਮੋਹ ਜੋੜੇ ਉਸ ਵੀ ਲੱਛਣ ਲਾਇਆ।
ਉਹ ਮਨੁੱਖ ਘਰ ਘਰ ਵਿੱਚ ਇਸ ਤਰ੍ਹਾਂ ਹੰਢੇ ਤੋਂ ਭਾਵ ਫਿਰਦਾ ਜਿਵੇਂ ਦੁਹਾਗਣ ਛੁੱਟੜ ਔਰਤ ਫਿਰਦੀ ਹੈ। ਉਸ ਗੁਰ ਨਿੰਦਕ ਨਾਲ ਜਿਹੜਾ ਪੁਰਸ਼ ਮੂੰਹ ਜੋੜਦਾ ਹੈ, ਭਾਵ ਉਹਦੀ ਸੰਗਤ ਕਰਕੇ ਉਹਦੇ ਨਾਲ ਗੱਲਾਂ ਕਰਦਾ ਹੈ, ਉਹਨੂੰ ਵੀ ਉਹੋ ਜਿਹੀ ਦਾਗ ਲੱਗ ਜਾਂਦਾ, ਉਹਨੂੰ ਵੀ ਉਹੋ ਜਿਹਾ ਲੱਛਣ ਤੋਂ ਭਾਵ ਕਲੰਕ ਲੱਗ ਜਾਂਦਾ, ਉਹਦੇ ਵੀ ਉਹੋ ਜਿਹੇ ਲੱਛਣ ਹੋ ਜਾਂਦੇ ਮਾੜੇ, ਜਿਹੜਾ ਨਿੰਦਕਾਂ ਨਾਲ ਜਾ ਕੇ ਬੈਠੂਗਾ। ਗੁਰਮੁਖ ਹੋਏ ਸੋ ਉਲਿਪਤੋ ਵਰਤੈ, ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ। ਜੋ ਗੁਰਮੁਖ ਹੁੰਦਾ ਉਹ ਮਨਮੁਖਾਂ ਦੀ ਸੰਗਤ ਤੋਂ ਲਿਪਤ ਹੁੰਦਾ, ਨਿਰਲੇਪ ਹੀ ਹੋ ਕੇ ਰਹਿੰਦਾ ਅਤੇ ਉਹਦਾ ਪਾਸਾ ਛੱਡ ਕੇ ਗੁਰਾਂ ਦੇ ਪਾਸ ਜਾ ਕੇ ਬਹਿੰਦਾ। 304 ਅੰਗ ਤੇ ਮਹਾਰਾਜ ਅਗਲੀ ਪੰਕਤੀ ਫਰਮਾਉਂਦੇ ਨੇ, ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ ਪੰਚੋ, ਓਨ ਲਾਹਾ ਮੂਲ ਸਭ ਗਵਾਇਆ। ਗੋਇੰਦਵਾਲ ਦੇ ਨੰਬਰਦਾਰਾਂ ਨੂੰ ਕਹਿੰਦੇ ਨੇ, ਇਹ ਪੰਚੋ, ਇਹ ਨੰਬਰਦਾਰੋ, ਜੋ ਮਨੁੱਖ ਆਪਣੇ ਗੁਰਾਂ ਨੂੰ ਗੋਪੇ ਹੁੰਦਾ, ਛਪਾਉਂਦਾ ਲਕਾਉਂਦਾ ਕਿ ਮੇਰਾ ਗੁਰੂ ਹੀ ਕੋਈ ਨਹੀਂ, ਜਾਂ ਆਪ ਪ੍ਰਤਾਪੀ ਹੋ ਕੇ ਗੁਰਾਂ ਨੂੰ ਪਿੱਛੇ ਪਾ ਦਿੰਦਾ, ਉਹ ਮਨੁੱਖ ਚੰਗਾ ਨਹੀਂ। ਉਹਨੇ ਆਪਣਾ ਲਾਭ ਤੇ ਮੂਲ ਸਭ ਕੁਝ ਗਵਾ ਲਿਆ। ਜਿਵੇਂ ਬਾਣੀ ਤਾਂ ਗੁਰੂ ਸਾਹਿਬ ਨੇ ਬਖਸ਼ੀ ਹੋਏ, ਬਖਸ਼ਿਸ਼ਾਂ ਸਾਰੀਆਂ ਕੀਤੀਆਂ ਹੋਣ ਤੇ ਅਸੀਂ ਕਹੀਏ ਜੇ ਮੈਂ ਕਰਦਾ, ਜੇ ਗੁਰੂ ਸਾਹਿਬ ਬਾਣੀ ਨਾ ਦਿੰਦੇ ਸਾਨੂੰ ਲਿਖ ਕੇ, ਜੇ ਗੁਰੂ ਸਾਹਿਬ ਅੰਮ੍ਰਿਤ ਹੀ ਨਾ ਦਿੰਦੇ, ਜੇ ਗੁਰੂ ਘਰ ਹੀ ਨਾ ਹੁੰਦੇ ਤੇ ਸਾਡੇ ਵਰਗਿਆਂ ਨੂੰ ਕਿਹਨੇ ਪੁੱਛਣਾ ਸੀ। ਤੇ ਹੁਣ ਅਸੀਂ ਦਮਗਜੇ ਮਾਰਦੇ ਹਾਂ ਕਿ ਮੈਂ ਕੀਤਾ। ਮੂਲ ਰੂਪ ਸਵਾਸ ਤੇ ਲਾਭ ਰੂਪ ਨਾਮ ਹੈ। ਸਵਾਸ ਨਿਸਫਲ ਗਵਾ ਲਏ, ਇਸ ਕਰਕੇ ਨਾਮ ਦਾ ਜਿਹੜਾ ਲਾਭ ਉਹ ਪ੍ਰਾਪਤ ਨਾ ਹੋਇਆ। ਮੂਲ ਰੂਪ ਨਾਮ ਹੈ, ਲਾਭ ਰੂਪ ਆਤਮ ਸੁਖ ਹੈ, ਮੋਕਸ਼ ਹੈ, ਜਿਹੜਾ ਹੈ ਸਾਰਿਆਂ ਨਾਲੋਂ ਵੱਡਾ ਲਾਭ ਮੋਕਸ਼, ਮੁਕਤੀ ਦੀ ਪ੍ਰਾਪਤੀ। ਮੂਲ ਰੂਪ ਨਾਮ ਨਾ ਜਪਿਆ, ਇਸ ਤੇ ਆਤਮ ਸੁਖ ਇਹ ਜੀਵ ਨੂੰ ਪ੍ਰਾਪਤ ਨਾ ਹੋਇਆ, ਕਿਉਂਕਿ ਮੋਕਸ਼ ਦਾ ਲਾਭ ਨਾ ਹੋਇਆ। ਮੂਲ ਰੂਪ ਪੁੰਨ ਹੈ, ਲਾਭ ਰੂਪ ਸੰਸਾਰਕ ਸੁਖ ਹੈ, ਸਵਰਗ ਸੁਖ ਹੈ। ਪੁੰਨ ਕਰਮ ਨਾ ਕੀਤੇ ਤੇ ਇਸ ਲਈ ਸੰਸਾਰਕ ਸੁਖ, ਸਵਰਗ ਸੁਖ ਦੀ ਪ੍ਰਾਪਤੀ ਰੂਪ ਲਾਭ ਪ੍ਰਾਪਤ ਨਾ ਹੋਇਆ। ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ, ਪੂਰੇ ਗੁਰ ਕਾ ਬਚਨ ਉੱਪਰ ਆਇਆ। ਨਿਗਮ ਆਗਮ ਹੁੰਦਾ ਵੇਦਾਂ ਸ਼ਾਸਤਰਾਂ ਨੇ ਜੋ ਬਚਨ ਪਹਿਲੇ ਆ ਕੇ ਸੁਣਾਏ ਹਨ ਕਿ ਗੁਰ ਨਿੰਦਕ ਦੀ ਜਿਹੜੀ ਹੈ ਨਾ ਬੁਰੀ ਹਾਲਤ ਹੀ ਹੁੰਦੀ ਹੈ, ਕਿਉਂਕਿ ਪੂਰਿਆਂ ਗੁਰਾਂ ਦਾ ਬਚਨ ਵੀ ਉਸੇ ਉੱਤੇ ਪ੍ਰਮਾਣ ਹੋ ਆਇਆ। ਕਿਉਂਕਿ ਪੂਰੇ ਗੁਰੂ ਵੀ ਇਹੋ ਕਹਿੰਦੇ ਨੇ ਕਿ ਗੁਰਨਿੰਦਕਾਂ ਦਾ ਹਾਲ ਬੁਰਾ ਹੁੰਦਾ ਹੈ। ਵੇਦਾਂ ਤੋਂ ਜੋ ਗੱਲ ਅਗਮ ਹੈ, ਅਰਥਾਤ ਜਿਸ ਗੱਲ ਨੂੰ ਵੇਦ ਵੀ ਨਹੀਂ ਨਾ ਕਹਿ ਸਕਦੇ, ਕਹਿਣ ਤੋਂ ਭਾਵ ਉਹ ਬਚਨ ਮੈਂ ਪਹਿਲੇ ਤੋਂ ਆਖ ਸੁਣਾਏ ਨੇ। ਇਸ ਲਈ ਪੂਰਿਆਂ ਗੁਰਾਂ ਦਾ ਬਚਨ ਸਭ ਤੋਂ ਉੱਪਰ ਆਇਆ, ਭਾਵ ਸਾਰਿਆਂ ਤੋਂ ਵੱਡਾ। ਕਿਉਂਕਿ ਭਾਈ ਮਾੜੇ ਕਰਮ ਦਾ ਫਿਰ ਮਾੜਾ ਹੀ ਫਲ ਮਿਲਦਾ। ਗੁਰਸਿੱਖਾਂ ਵਡਿਆਈ ਭਾਵੈ ਗੁਰ ਪੂਰੇ ਕੀ, ਮਨਮੁਖਾਂ ਉਹ ਵੇਲਾ ਹੱਥ ਨਾ ਆਇਆ। ਗੁਰਸਿੱਖਾਂ ਨੂੰ ਪੂਰਿਆਂ ਗੁਰਾਂ ਦੀ ਵਡਿਆਈ ਕਰਨੀ ਪਾਉਂਦੀ ਹੈ, ਪਰ ਮਨਮੁਖਾਂ ਨੂੰ ਉਹ ਵਡਿਆਈ ਕਰਨ ਦਾ ਵੇਲਾ ਹੱਥ ਹੀ ਨਹੀਂ ਆਉਂਦਾ। ਵਡਿਆਈ ਕਰਨ ਨਾਲ ਹੀ ਸਾਰੀਆਂ ਪ੍ਰਾਪਤੀਆਂ ਹੋ ਜਾਂਦੀਆਂ ਨੇ, ਸੰਗਤ ਵਿੱਚ ਬਹਿਣ ਨਾਲ ਕਿਰਪਾ ਹੋ ਜਾਂਦੀ ਹੈ। ਮਨਮੁਖ ਲੋਕ ਜਿਹੜੇ ਹੁੰਦੇ ਨੇ ਉਹ ਜਦੋਂ ਸੰਗਤ ਹੋਣ ਲੱਗਦੀ ਹੈ, ਗੁਰੂ ਕੀ ਕੀਰਤਨ ਕਥਾ ਕੋਈ ਬਾਣੀ, ਉਦੋਂ ਉਹਨਾਂ ਨੂੰ ਕੰਮ ਯਾਦ ਆ ਜਾ, ਫਿਰ ਭੱਜ ਜਾਂਦੇ ਨੇ। ਮੌਕੇ ਤੇ ਉਹ ਲਾਭ ਨਹੀਂ ਉਠਾ ਸਕਦੇ। ਪੌੜੀ ਸੱਚੋ ਸੱਚਾ ਸਬਦੂ ਵੱਡਾ ਹੈ, ਸੋ ਲਏ ਜਿਸ ਸਤਿਗੁਰ ਟਿੱਕੇ। ਸੱਚ ਨਿਸ਼ਚੈ ਕਰਕੇ ਸੱਚਾ ਪ੍ਰਮਾਤਮਾ ਜੋ ਹੈ ਨਾ ਉਹ ਸਾਰਿਆਂ ਤੋਂ ਵੱਡਾ ਹੈ। ਉਸ ਪ੍ਰਮਾਤਮਾ ਨੂੰ ਉਹ ਪੁਰਸ਼ ਲੈਂਦਾ ਤੋਂ ਭਾਵ ਪ੍ਰਾਪਤ ਕਰਦਾ ਹੈ ਜਿਹਨੂੰ ਸਤਿਗੁਰਾਂ ਨੇ ਜੋਗੀਆਂ ਵਾਂਗੂ ਟਿਕੇ ਤੋਂ ਭਾਵ ਇਸਤਤ ਕੀਤਾ ਹੈ, ਜਿਹਦੇ ਮਨ ਨੂੰ ਸਤਿਗੁਰਾਂ ਨੇ ਟਿਕੇ ਤੋਂ ਭਾਵ ਟਿਕਾਇਆ, ਕਾਬੂ ਕੀਤਾ ਹੈ, ਜਿਹਦੇ ਮੱਥੇ ਉੱਪਰ ਉਪਦੇਸ਼ ਰੂਪ ਟਿੱਕੇ ਲਾ ਦਿੱਤੇ ਨੇ। ਸੋ ਸਤਿਗੁਰ ਜੇ ਸੱਚ ਧਿਆਨ ਦਾ, ਸੱਚੋ ਸੱਚਾ ਸਤਿਗੁਰ ਇੱਕੇ। ਸਤਿਗੁਰੂ ਉਹੀ ਹੈ ਜੋ ਸੱਚ ਸਰੂਪ ਪ੍ਰਮਾਤਮਾ ਨੂੰ ਧਿਆਉਂਦਾ ਆਪ। ਸੱਚ ਨਿਸ਼ਚੈ ਕਰਕੇ ਸੱਚਾ ਪ੍ਰਮਾਤਮਾ ਤੇ ਸਤਿਗੁਰੂ ਇੱਕੋ ਹੀ ਸਰੂਪ ਜਾਣੋ। ਗੁਰੂ ਨਾਨਕ ਸਾਹਿਬ ਕਹੋ, ਵਾਹਿਗੁਰੂ ਕਹੋ, ਅਲੱਗ-ਅਲੱਗ ਨਹੀਂ ਹਨ। ਦਸੇ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇੱਕੋ ਜੋਤ ਜਾਣਨਾ, ਜੇ ਪੂਰਨ ਨਿਸ਼ਚਾ ਕਰਕੇ ਪ੍ਰਾਪਤੀ ਕਰਨੀ ਹੈ। ਜਿਨ੍ਹਾਂ ਨੇ ਪ੍ਰਾਪਤੀ ਨਹੀਂ ਕਰਨੀ ਉਹ ਤਾਂ ਵੱਖੋ ਵੱਖਰੀਆਂ ਗੱਲਾਂ ਬੋਲੀ ਜਾਂਦੇ ਨੇ। ਮਹਾਰਾਜ ਦਸਵੇਂ ਪਾਤਸ਼ਾਹ ਨੇ ਬਚਿੱਤਰ ਨਾਟਕ ਅੰਦਰ ਇਹ ਸਾਰਾ ਕੁਝ ਕਿਹਾ ਵੀ ਉਹ ਲੋਕ ਮੂਰਖ ਨੇ ਜਿਹੜਾ ਦਸਾਂ ਸਰੂਪਾਂ 'ਚ ਫਰਕ ਪਾਉਂਦਾ ਆਪਸ ਵਿੱਚ। ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਛਿੱਕੇ। ਲੋਕੀ ਕਹਿੰਦੇ ਉਹ ਫਲਾਣੇ ਥਾਂ ਸਤਿਗੁਰ ਹੈ, ਫਲਾਣੇ ਥਾਂ ਉਹ ਗੁਰੂ ਬੈਠਾ। ਮਹਾਰਾਜ ਕਹਿੰਦੇ ਆਓ ਸੰਸਾਰ ਦੇ ਲੋਕੋ ਮੈਂ ਦੱਸਾਂ ਅਸਲ ਗੁਰੂ ਕੌਣ ਹੈ। ਕਹਿੰਦੇ ਉਹੀ ਸਤਿਗੁਰੂ ਪੁਰਖ ਹੈ ਜਿਨ੍ਹਾਂ ਨੇ ਛਿੱਕੇ ਤੋਂ ਭਾਵ ਖਿੱਚ ਕੇ ਪੰਜ ਜਿਹੜੇ ਸੀ ਨਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਦੂਤ ਕਾਬੂ ਕਰ ਲਏ, ਵਸ ਵਿੱਚ ਕਰ ਲਏ। ਹੈ ਕਿਸੇ ਦੇ ਕਾਬੂ ਅੱਜ ਕੱਲ੍ਹ ਦੇ ਜਿਹੜੇ ਗੁਰੂ ਨੇ ਇਹਨਾਂ ਦੀ ਪਰਖ ਲੈ ਕੇ ਦੇਖੋ ਤਾਂ ਇਹਨਾਂ ਦੇ ਕਾਬੂ ਨਹੀਂ ਹੈਗੇ। ਇਹ ਤਾਂ ਦੁਨੀਆ ਨੂੰ ਉਲਟਾ ਆਪ ਵਿਕਾਰਾਂ ਵੱਲ ਧੱਕਦੇ ਨੇ, ਨਸ਼ਿਆਂ ਵੱਲ ਧੱਕਦੇ ਨੇ, ਔਰ ਨਸ਼ਿਆਂ ਤੇ ਇਹ ਜਿਹੇ ਨਸ਼ੇੜੀ ਬਣਾਉਣ ਦੇ ਲੋਕਾਂ ਨੂੰ
ਲੋਕ ਉਧਰ ਹੀ ਵਿਚਾਰੇ ਤੁਰੇ ਜਾਂਦੇ ਨੇ। ਇਹੋ ਜਿਹੇ ਨਸ਼ੇ ਲਾਏ ਹੋਏ ਨੇ ਲੋਕਾਂ ਨੂੰ, ਉਹ ਡੇਰਾ ਛੱਡ ਕੇ ਹੀ ਨਹੀਂ ਕਿਤੇ ਜਾ ਸਕਦੇ। ਜੇ ਬਿਨ ਸਤਿਗੁਰ ਸੇਵੇ ਆਪ ਗਣਾਏ ਦੇ, ਤਿਨ ਅੰਦਰ ਕੂੜ ਫਿੱਟ ਫਿੱਟ ਮੂੰਹ ਫਿੱਕੇ। ਜਿਹੜੇ ਮਨੁੱਖ ਸਤਿਗੁਰਾਂ ਦੀ ਸੇਵਾ ਕੀਤੇ ਬਿਨਾਂ ਆਪਣੇ ਆਪ ਨੂੰ ਮਹਾਤਮਾ ਗਣਾਉਂਦੇ ਨੇ, ਸੁਣ ਲਓ ਧਿਆਨ ਨਾਲ ਸਾਰੇ ਜਾਣੇ, ਜਿਹੜੇ ਮਨੁੱਖ ਸਤਿਗੁਰਾਂ ਦੀ ਸੇਵਾ ਕੀਤੇ ਤੋਂ ਬਿਨਾਂ ਆਪਣੇ ਆਪ ਨੂੰ ਮਹਾਤਮਾ ਗਣਾਉਂਦੇ ਨੇ ਨਾ, ਉਹਨਾਂ ਦੇ ਅੰਦਰ ਝੂਠ ਹੈ ਅਤੇ ਮੂੰਹ ਤੋਂ ਫਿੱਕੇ ਬੋਲ ਬੋਲਦੇ ਨੇ। ਇਸ ਕਰਕੇ ਉਹਨਾਂ ਨੂੰ ਫਿਟਕਾਰ ਪੈਂਦੀ ਹੈ। ਆ ਕਈ ਹੁਣ ਵੀ ਜਿਹੜੇ ਨਕਲੀ ਸੰਤ ਨੇ, ਕਰਨੀ ਵਾਲੇ ਮਹਾਂਪੁਰਖ ਤਾਂ ਹੋਰ ਚੀਜ਼ ਹੁੰਦੇ ਨੇ। ਕਈ ਨਕਲੀ ਸੰਤ ਨਾ ਕੋਈ ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਨਾ ਮੈਂ ਉਹਨਾਂ ਨੂੰ ਕਦੇ ਚੌਰ ਕਰਦੇ ਦੇਖਿਆ, ਨਾ ਕਦੇ ਉਹ ਬਾਣੀ, ਨਾ ਕੋਈ ਨਿਤਨੇਮ, ਨਾ ਕੋਈ ਲੈਣ ਨਾ ਦੇਣ, ਤੇ ਆਪੇ ਸੰਤ ਕਹਾਵੇ। ਆਪਣੇ ਆਪ ਨੂੰ ਬੜੇ ਕਿੱਡਾ ਵੱਡਾ ਸੰਤ ਕਹਾਉਣ ਲੱਗ ਪੈਂਦੇ ਨੇ। 108 ਪੂਰਨ ਬ੍ਰਹਮ ਗਿਆਨੀ, 111 ਭਾਵੇਂ 1000 ਲਾ ਲਓ। ਮਹਾਰਾਜ ਕਹਿੰਦੇ ਉਹ ਅਸਲ ਵਿੱਚ ਸੇਵਾਦਾਰ ਉਹ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦਾ। ਇਹਦੇ ਨਾਲੋਂ ਤਾਂ ਗ੍ਰੰਥੀ ਸਿੰਘ ਚੰਗੇ ਨੇ, ਜਿਹੜੇ ਜੀਵਨ ਵਾਲੇ ਗ੍ਰੰਥੀ ਨੇ। ਗੁਰੂ ਗ੍ਰੰਥ ਸਾਹਿਬ ਦੀ ਸੇਵਾ ਚੌਰ ਪ੍ਰਕਾਸ਼ ਸੁਖਾਸਨ ਕਰਦੇ, ਸਵੇਰੇ ਨਿਤਨੇਮ ਕਰਦੇ ਆ, ਭਾਵੇਂ ਉਹ ਪੈਸੇ ਲੈਂਦੇ, ਤਨਖਾਹ ਲੈਂਦੇ ਆ, ਪਰ ਫੇਰ ਵੀ ਉਹਦੇ ਨਾਲ ਤਾਂ ਚੰਗੇ ਨਕਲੀ ਸੰਤ ਨਾਲੋਂ ਤਾਂ। 5 ਬਾਣੀਆਂ ਤਾਂ ਪੜ੍ਹਦੇ ਆ, ਸੁਖਮਨੀ ਸਾਹਿਬ ਦਾ ਪਾਠ ਤਾਂ ਕਰਦੇ ਆ, ਰਾਗੀ ਕੀਰਤਨ ਤਾਂ ਕਰਦੇ ਆ, ਪਰ ਉਹ ਤਾਂ ਕੁਝ ਵੀ ਨਹੀਂ ਕਰਦਾ। ਉਹ ਤਾਂ ਵਿਕਾਰੀ ਜੀਵਨ ਬਤੀਤ ਕਰ ਰਿਹਾ ਆਪਣਾ। ਓਏ ਬੋਲੇ ਕਿਸੈ ਨਾ ਭਾਵਨੀ, ਮੋਹ ਕਾਲੇ ਸਤਿਗੁਰ ਤੇ ਚੁੱਕੇ। ਉਹ ਬੋਲਦੇ ਕਿਸੇ ਨੂੰ ਚੰਗੇ ਹੀ ਨਹੀਂ ਲੱਗਦੇ, ਕਿਉਂਕਿ ਨਿੰਦਕ ਜਿਹੜੇ ਹੁੰਦੇ ਨੇ ਉਹ ਨਿੰਦਿਆ ਕਰਕੇ ਉਹਨਾਂ ਦੇ ਮੂੰਹ ਕਾਲੇ ਨੇ, ਤੇ ਸਤਿਗੁਰਾਂ ਤੋਂ ਚੁੱਕੇ ਤੋਂ ਭਾਵ ਭੁੱਲੇ ਫਿਰਦੇ ਨੇ। ਥੋੜਾ ਚਿਰ ਹੀ ਹੁੰਦੀ ਆ ਵਡਿਆਈ ਜੀ, ਮੁੜ ਕੇ ਤਾਂ ਕੋਈ ਪੁੱਛਦਾ ਤੱਕ ਨਹੀਂ। ਫਿਰ ਆਲਾ ਦੁਆਲਾ ਘੁੰਮਦੇ ਫਿਰਦੇ, ਕੋਈ ਸਾਨੂੰ ਮੱਥਾ ਟੇਕੋ। ਲੋਕੀ ਕਹਿੰਦੇ ਇਹ ਕਾਲੇ ਮੂੰਹ ਵਾਲਾ ਆ ਗਿਆ, ਇਹ ਨਿੰਦਕ ਹੈ, ਇਹ ਮਾੜੇ ਕਰਮ ਕਰਦਾ। ਸ਼ਲੋਕ ਮਹੱਲਾ ਚੌਥਾ। ਚੌਥੇ ਪਾਤਸ਼ਾਹ ਮਹਾਰਾਜ ਅੱਗੇ ਫਰਮਾਉਂਦੇ ਬਚਨ, 9ਵਾਂ ਸ਼ਲੋਕ। ਹਰ ਪ੍ਰਭ ਕਾ ਸਭ ਖੇਤ ਹੈ, ਹਰ ਆਪ ਕਿਰਸਾਣੀ ਲਾਇਆ। ਇਹ ਜਿੰਨਾ ਆਪਾਂ ਸੰਸਾਰ ਦੇਖਦੇ ਆ ਨਾ, ਇਹ ਸਾਰਾ ਵਾਹਿਗੁਰੂ ਪ੍ਰਭੂ ਦਾ ਖੇਤ ਮੰਨ ਲਓ। ਹਰੀ ਨੇ ਆਪ ਹੀ ਇਹਨਾਂ ਜੀਵਾਂ ਨੂੰ ਕਰਮਾਂ ਧਰਮਾਂ ਰੂਪੀ ਕਿਰਸਾਣੀ ਹੁੰਦੀ ਖੇਤੀ ਕਰਨ ਦੇ ਵਿੱਚ ਲਾਇਆ ਹੋਇਆ। ਸਾਰਿਆਂ ਨੂੰ ਖੇਤੀ ਆਪਾਂ ਕਿਹੜੀ ਕਰਦੇ ਹਾਂ? ਕਰਮਾਂ ਧਰਮਾਂ ਦੀ ਖੇਤੀ ਕਰਦੇ ਹਾਂ। ਗੁਰਮੁਖ ਬਖਸ਼ ਜਮਾਈਆਂ, ਮਨਮੁਖੀ ਮੂਲ ਗਵਾਇਆ। ਗੁਰਮੁਖਾਂ ਨੂੰ ਜੋ ਬਖਸ਼ਿਸ਼ ਹੋਈ ਹੈ, ਉਹਨਾਂ ਨੇ ਉਹੀ ਬਖਸ਼ਿਸ਼ ਰੂਪੀ ਇੱਕ ਬੋਹਲ ਜਮਾਉਣਾ ਕੀਤਾ। ਗੁਰਮੁਖਾਂ ਨੇ ਬਖਸ਼ਿਸ਼ ਦੁਆਰਾ ਗਿਆਨ ਰੂਪੀ ਬੋਹਲ ਨੂੰ ਜਮਾ ਲਿਆ, ਤੇ ਮਨਮੁਖਾਂ ਨੇ ਸਵਾਸਾਂ ਰੂਪੀ ਮੂਲ ਹੀ ਗਵਾ ਲਿਆ। ਵਿਕਾਰਾਂ ਦੇ ਵਿੱਚ, ਪੈਸੇ ਵਿੱਚ, ਮਾਇਆ ਵਿੱਚ, ਨਿੰਦਾ ਵਿੱਚ ਸਵਾਸ ਹੀ ਨਿਸਫਲੇ ਕਰ ਲਏ ਉਹਨਾਂ ਨੇ। ਮਨਮੁਖਾਂ ਨੇ ਮੂਲ ਰੂਪ ਪਰਮਾਤਮਾ ਨੂੰ ਹੀ ਗਵਾ ਲਿਆ। ਉਹਨਾਂ ਨੇ ਉਹ ਸਾਂਭਿਆ ਹੀ ਨਹੀਂ, ਖੇਤ ਹੀ ਨਹੀਂ ਸਾਂਭਿਆ, ਬੋਹਲ ਹੀ ਨਹੀਂ ਸਾਂਭਿਆ। ਸਭ ਕੋ ਬੀਜੇ ਆਪਣੇ ਭਲੇ ਨੂੰ, ਹਰ ਭਾਵੈ ਸੋ ਖੇਤ ਜਮਾਇਆ। ਜਿਵੇਂ ਸਭ ਕੋਈ ਆਪਣੇ ਭਲੇ ਲਈ ਬੀਜ ਬੀਜਦਾ, ਪਰ ਜੇ ਹਰੀ ਨੂੰ ਭਾ ਜਾਵੇ ਉਹੀ ਖੇਤ ਉਗਦਾ। ਉਸੇ ਪ੍ਰਕਾਰ ਸਭ ਕੋਈ ਆਪਣੇ ਭਲੇ ਨੂੰ, ਸੁਖ ਦੀ ਪ੍ਰਾਪਤੀ ਲਈ ਕਰਮਾਂ ਰੂਪੀ ਬੀਜ ਬੀਜਦਾ। ਜਿਹਦਾ ਕੀਤਾ ਹੋਇਆ ਕਰਮ ਹਰੀ ਪਰਮੇਸ਼ਰ ਨੂੰ ਭਾਉਂਦਾ ਹੈ, ਉਹੀ ਹਿਰਦਾ ਰੂਪੀ ਖੇਤ ਸ਼ੁਭ ਗੁਣਾਂ ਦੇ ਨਾਲ ਕਹਿੰਦੇ ਉਗਦਾ, ਪਨਪਦਾ। ਉਹੀ ਉਹਨੂੰ ਸੁਖ ਦੀ ਪ੍ਰਾਪਤੀ ਹੁੰਦੀ। ਫਿਰ ਗੁਰ ਸਿੱਖੀ ਹਰ ਅੰਮ੍ਰਿਤ ਬੀਜਿਆ, ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ। ਕਹਿੰਦੇ ਗੁਰਸਿੱਖਾਂ ਨੇ ਹਰੀ ਨਾਮ ਰੂਪ ਅੰਮ੍ਰਿਤ ਬੀਜ ਬੀਜਿਆ। ਬੀਜ ਬੀਜਦੇ ਜਾਓ, ਰੋਜ਼ ਉੱਠ ਕੇ ਸਵੇਰੇ ਸ਼ਾਮ ਬੈਠਦੇ ਉੱਠਦੇ ਵਾਹਿਗੁਰੂ ਕਹੋ। ਜਿਸ ਹਰੀ ਨਾਮ ਅੰਮ੍ਰਿਤ ਕਰਕੇ ਜਿਹੜਾ ਫਲ ਅੰਮ੍ਰਿਤ ਪਾਇਆ, ਮੌਤ ਤੋਂ ਰਹਿਤ ਕਰਨੇ ਵਾਲੇ ਗਿਆਨ ਰੂਪ ਫਲ ਦੀ, ਬ੍ਰਹਮ ਗਿਆਨ ਦੀ ਫਲ ਦੀ ਪ੍ਰਾਪਤੀ ਕਰ ਲਈ ਉਹਨਾਂ ਨੇ। ਜਮ ਚੂਹਾ ਕਿਰਸ ਨਿਤ ਕੁਰਕ ਦਾ, ਹਰ ਕਰਤੈ ਮਾਰ ਕਢਾਇਆ। ਹੁਣ ਸਤਿਗੁਰੂ ਮਹਾਰਾਜ ਖੇਤੀ ਦਾ ਸਾਰਾ ਅਲੰਕਾਰ ਬਣਾ ਰਹੇ ਨੇ। ਕਿਵੇਂ ਇੱਕ ਖੇਤ ਮਿਲਦਾ ਆਪਾਂ ਨੂੰ ਸੰਸਾਰ ਰੂਪੀ, ਇਹ 'ਚ ਜੀਵ ਕਿਰਸਾਣੀ ਕਰਨ ਲਾਇਆ। ਗੁਰਮੁਖ ਕੀ ਕਰਦੇ, ਮਨਮੁਖ ਕੀ ਕਰਦੇ ਨੇ? ਗੁਰਸਿੱਖਾਂ ਨੇ ਨਾਮ ਅੰਮ੍ਰਿਤ ਦਾ ਫਲ ਬੀਜਿਆ। ਕਹਿੰਦੇ ਜਿਵੇਂ ਖੇਤੀ ਨੂੰ ਚੂਹੇ ਪੈ ਜਾਂਦੇ ਨੇ, ਇੱਧਰ ਚੂਹੇ ਕਿਹੜੇ ਪੈਂਦੇ ਨੇ? ਕਹਿੰਦੇ ਜਮ ਚੂਹਾ ਕਿਰਸ ਨਿਤ ਕੁਰਕਦਾ। ਜਮ ਰੂਪੀ ਚੂਹਾ ਜੋ ਰੋਜ਼ ਸਵਾਸਾਂ ਰੂਪੀ ਕਿਰਸ ਖੇਤੀ ਨੂੰ ਕੁਰਕਦਾ ਕੱਟਦਾ ਸੀ। ਕਹਿੰਦੇ ਹਰ ਕਰਤੈ ਮਾਰ ਕਢਾਇਆ। ਹਰੀ ਕਰਤੇ ਨੇ ਗੁਰਾਂ ਪਾਸੋਂ ਉਹਨੂੰ ਮਾਰ ਕੇ ਕਢਾ ਦਿੱਤਾ। ਹੰਕਾਰ ਰੂਪੀ ਚੂਹਾ ਜੋ ਨਿਤਾ ਪ੍ਰਤੀ ਸ਼ੁਭ ਗੁਣਾ ਰੂਪੀ ਖੇਤੀ ਨੂੰ ਕੁਰਕਦਾ ਹੀ ਰਹਿੰਦਾ ਸੀ, ਜਮਾ ਤੋਂ ਭਾਵ ਮੁੱਢ ਤੋਂ ਹੀ ਬਿਲਕੁਲ ਹੀ ਕੱਟ ਹੀ ਦਿੱਤਾ। ਸੋ ਹਰੀ ਕਰਤੇ ਨੇ ਮਾਰ ਮਾਰ ਕੇ ਉਹ ਕੱਢ ਦਿੱਤਾ। ਜਿਹੜੇ ਤਾਂ ਸਤਿਗੁਰੂ ਦੀ ਚਰਨ ਸ਼ਰਨ ਚਲੇ ਗਏ, ਉਹਨਾਂ ਤੇ 2 ਚੂਹੇ ਖਤਮ ਹੀ ਕਰ ਦਿੱਤੇ। ਤੇ ਜਿਹੜੇ ਗੁਰੂ ਦੀ ਸ਼ਰਨ ਹੀ ਨਹੀਂ ਆਏ, ਉਹਨਾਂ ਨੂੰ ਜਿਹੜਾ ਚੂਹਾ ਉਹ ਕੁਰਕਦਾ ਹੀ ਰਹਿੰਦਾ ਹਮੇਸ਼ਾ। ਕਿਰਸਾਣੀ ਜੰਮੀ ਭਾਉ ਕਰ, ਹਰ ਬੋਹਲ ਬਖਸ਼ ਜਮਾਇਆ। ਭਾਉ ਕਰ ਹੁੰਦਾ ਪ੍ਰੇਮ ਦੇ ਕਰਨ ਨਾਲ। ਸ਼ੁਭ ਗੁਣਾ ਰੂਪੀ ਕਿਰਸਾਣੀ ਜਿਹੜੀ ਖੇਤੀ ਜੰਮੀ ਹੈ, ਹਰੀ ਦੀ ਬਖਸ਼ਿਸ਼ ਰੂਪੀ ਬੋਹਲ ਨੂੰ ਜਮਾਉਣਾ ਕੀਤਾ ਹੈ, ਤੇ ਹਰੀ ਦੀ ਬਖਸ਼ਿਸ਼ ਦੁਆਰਾ ਗਿਆਨ ਰੂਪੀ ਬੋਹਲ ਜਮਾਇਆ। ਇਹ ਮਹਾਰਾਜ ਦੀ ਕਿਰਪਾ ਹੋਗੀ। ਪਹਿਲਾਂ ਪ੍ਰੇਮ ਕਰਨਾ ਹੈ, ਪ੍ਰੇਮ ਦੇ ਨਾਲ ਸ਼ੁਭ ਗੁਣਾ ਰੂਪੀ ਖੇਤੀ ਜੰਮੀ,
ਤੇ ਹਰੀ ਦੀ ਫਿਰ ਬਖਸ਼ਿਸ਼ ਹੋਈ, ਬੋਹੜ ਬਣ ਗਿਆ। ਹਰੀ ਦੀ ਬਖਸ਼ਿਸ਼ ਦੁਆਰਾ ਗਿਆਨ ਰੂਪੀ ਬੋਹੜ ਉਹਨਾਂ ਨੇ ਜਮਾ ਲਿਆ। ਤਿਨਕਾ ਕਾੜਾ ਅੰਦੇਸਾ ਸਭ ਲਾਹਿਓਨ, ਜਿਨੀ ਸਤਿਗੁਰ ਪੁਰਖ ਤੇ ਆਇਆ। ਜਿਨ੍ਹਾਂ ਨੇ ਸਤਿਗੁਰ ਪੁਰਖਾਂ ਦੀ ਆਰਾਧਨਾ ਕੀਤੀ ਹੈ ਉਹਨਾਂ ਦਾ ਕਾੜਾ ਝੋਰਾ ਹੁੰਦਾ। ਝੋਰਾ ਜਿਹੜਾ ਪਿੱਛੇ ਵੀ ਕਾੜਾ ਅੱਖਰ ਆਇਆ ਸੀ, ਅੰਦੇਸਾ ਹੁੰਦਾ ਸੰਸਾ, ਸਾਰਾ ਹੀ ਲਾਹਿਓਨ ਸਤਿਗੁਰੂ ਨੇ ਲਾ ਹੀ ਦਿੱਤਾ ਹੈ, ਸੰਸੇ ਰਹਿਣ ਹੀ ਦਿੱਤੇ ਕਿਸੇ ਪ੍ਰਕਾਰ ਦੇ। ਜਨ ਨਾਨਕ ਨਾਮ ਆਰਾਧਿਆ, ਆਪ ਤਰਿਆ ਸਭ ਜਗਤ ਤਰਾਇਆ। ਜਿਹੜੇ ਜੀਵ ਨੇ ਨਾਮ ਨੂੰ ਆਰਾਧਿਆ ਉਹ ਆਪ ਤਾਂ ਤਰਿਆ ਹੀ ਤਰਿਆ ਹੈ, ਉਹਨੇ ਸਾਰੇ ਜਗਤ ਨੂੰ ਵੀ ਤਾਰ ਲਿਆ ਹੈ। ਅਥਵਾ ਕਹਿੰਦੇ ਫਲਾਨਾ ਆਪ ਤਾਂ ਡੁੱਬਿਆ ਨਾਲ ਸਾਰੀ ਕੁਲ ਵੀ ਡੋਬ ਲਈ। ਤੇ ਜਿਹੜਾ ਤਰਦਾ ਆਪ ਉਹ ਸਾਰਿਆਂ ਨੂੰ ਤਾਰ ਵੀ ਲੈਂਦਾ। ਮਹੱਲਾ ਚੌਥਾ। ਸਾਰਾ ਦਿਨ ਲਾਲਚ ਅਟਿਆ, ਮਨਮੁਖ ਹੋਰੇ ਗੱਲਾਂ। ਇਹ ਜੀਵ ਸਾਰਾ ਦਿਨ ਮਾਇਆ ਦੇ ਲਾਲਚ ਵਿੱਚ ਅਟਿਆ ਤੋਂ ਭਾਵ ਭਰਿਆ, ਲਾਲਚ ਵਿੱਚ ਅਟਿਆ ਹੁੰਦਾ, ਦੱਬਿਆ ਹੋਇਆ। ਮਨਮੁਖ ਪੁਰਸ਼ ਰੱਬ ਨੂੰ ਛੱਡ ਕੇ ਹੋਰ ਹੀ ਦੁਨਿਆਵੀ ਗੱਲਾਂ ਕਰਦੇ ਰਹਿੰਦੇ ਨੇ। ਅਟਿਆ ਹੁੰਦਾ ਸਿਰੇ ਤੱਕ ਭਰਿਆ ਹੋਣਾ। ਮਨਮੁਖਾਂ ਦਾ ਜਿਹੜਾ ਗਲਾ ਹੁੰਦਾ ਸਾਰਾ ਹੀ ਸਮੁਦਾਇ ਹੀ ਜਿੰਨਾ ਪਰਮੇਸ਼ਰ ਨੂੰ ਛੱਡ ਕੇ ਹੋਰ ਹੀ ਪਾਸੇ ਲੱਗੇ ਹੋਏ ਨੇ। ਮਨਮੁਖ ਪੁਰਸ਼ ਗਲੀਆਂ ਤੋਂ ਗਲੀਆਂ ਵਿੱਚ ਹੋਰੇ ਹੁੰਦਾ, ਹੋਕਰੇ ਮਾਰਦਾ ਫਿਰਦਾ। ਥਾਂ ਥਾਂ ਦੇ ਉੱਤੇ ਨਕਲੀ ਗੁਰੂਆਂ ਦੇ ਕੋਲੇ ਢੇਰਾਂ ਦੇ ਢੇਰ ਪਏ। ਕਹਿੰਦੇ ਫਲਾਣੇ ਥਾਂ ਇੰਨਾ ਇਕੱਠ ਹੋ ਗਿਆ, ਉੱਥੇ 50 ਲੱਖ ਦਾ ਇਕੱਠ ਹੋ ਹੀ ਜਾਵੇ ਇਕੱਠ। ਹੀਰਿਆਂ ਦਾ ਵਪਾਰੀ ਕੋਈ ਹੁੰਦਾ। ਜੌਹਰੀ ਕੋਲੇ ਕਦੇ ਮਹੀਨੇ 'ਚ ਇੱਕੋ ਹੀ ਬੰਦਾ ਆਉਂਦਾ ਹੁੰਦਾ। ਰੱਬ ਦੇ ਪਿਆਰੇ ਨਾਮ ਦੇ ਵਪਾਰੀ ਨੇ। ਅਮੁੱਲ ਗੁਣ ਅਮੁੱਲ ਵਾਪਾਰ, ਮੁੱਲ ਵਾਪਾਰੀਏ ਮੁੱਲ ਭੰਡਾਰ। ਇਸ ਕਰਕੇ ਰਾਤੀ ਉਗੈ ਦੱਬਿਆ, ਨਵੇਂ ਸੋਤ ਸਭ ਢਿੱਲਾ। ਜਦੋਂ ਰਾਤ ਪੈਂਦੀ ਹੈ ਤਾਂ ਸਾਰੇ ਦਿਨ ਦੇ ਥਕੇਵੇਂ ਕਰਕੇ ਉਗੈ ਦੱਬਿਆ, ਨੀਂਦ ਵਿੱਚ ਦੱਬਿਆ ਜਾਂਦਾ ਮਨਮੁਖ। ਨਵੇਂ ਸੋਤ ਹੁੰਦਾ 9 ਗੋਲਕਾਂ ਤੇ ਸਾਰਾ ਸਰੀਰ ਢਿੱਲਾ ਹੋ ਜਾਂਦਾ। ਮਨਮੁਖਾਂ ਦਾ ਸਿਰ ਜੋ ਰਾਇਆ ਮਰ ਹੈ, ਨਿਤ ਦੇਵ ਹੈ ਭਲਾ। ਕਹਿੰਦੇ ਮਨਮੁਖ ਪੁਰਸ਼ਾਂ ਦੇ ਸਿਰ ਉੱਤੇ ਜਿਹੜੀ ਜੋਰਾਂ ਹੁੰਦੀਆਂ ਇਸਤਰੀਆਂ ਦਾ ਹੁਕਮ, ਅਮਰ ਤੋਂ ਭਾਵ ਹੁਕਮ ਹੈ। ਇਸ ਕਰਕੇ ਔਰਤ ਨੂੰ ਨਿਤਾ ਪ੍ਰਤੀ ਭਲਾ ਚੰਗੇ ਚੰਗੇ ਪਦਾਰਥ ਕੱਪੜੇ ਵਗੈਰਾ ਲਿਆ ਕੇ ਦਿੰਦੇ ਨੇ। ਜੇ ਕੁਝ ਔਰਤ ਕਹਿੰਦੀ ਹੈ ਕਿ ਅੱਗੋਂ ਭਲਾ ਜਵਾਬ ਦਿੰਦਾ, ਨਿਮਰਤਾ ਨਾਲ ਬੋਲਦਾ ਉਹਦੇ ਅੱਗੇ, ਤਾਂ ਕਿ ਔਰਤ ਪ੍ਰਸੰਨ ਰਵੇ, ਕਿਤੇ ਲਾੜੀ ਨਾ ਪਵੇ, ਗੁੱਸੇ ਨਾ ਹੋ ਜਾਵੇ। ਰਾਤ ਨੂੰ ਭੱਲੇ ਪਕੌੜੇ ਲਿਆ ਕੇ ਦਿੰਦਾ। ਕਹਿੰਦੇ ਜੇ ਔਰਤ ਦਾ ਕਹਿਣਾ ਨਾ ਮੰਨੇ ਨਿਤਾ ਪ੍ਰਤੀ ਕੁਬਚਨਾ ਰੂਪੀ ਭੱਲਾ ਫਿਰ ਨੇਜਾ ਹੁੰਦਾ। ਭਾਲਾ ਜਿਹੜਾ ਸ਼ਾਸਤਰ ਮਾਰਦੀ ਆ, ਉਹ ਕਹਿੰਦੀ ਨਿਕਲ ਜਾ ਇੱਥੋਂ ਘਰੋਂ। ਇਸ ਪ੍ਰਕਾਰ ਉਹਦੀ ਮਾਰ ਨੂੰ ਝੱਲ ਲੈਂਦਾ, ਉਹਨੂੰ ਚੰਗੇ ਕੱਪੜੇ ਲਿਆ ਕੇ ਦੇ ਸਕਦਾ। ਪਰ ਜੇ ਕਹੀਏ ਗੁਰੂ ਘਰ ਦੀ ਕੋਈ ਸੇਵਾ, ਕੋਈ ਰਮਾਲਾ, ਕਹਿੰਦੇ ਇੱਥੇ ਕੀ ਲੋੜ ਆ, ਮਹਾਰਾਜ ਨੂੰ ਕਿਹੜਾ ਠੰਡ ਲੱਗਦੀ ਆ, ਮਹਾਰਾਜ ਨੂੰ ਕਿਹੜਾ ਗਰਮੀ ਲੱਗਦੀ ਆ, ਮਹਾਰਾਜ ਨੂੰ ਕਿਹੜਾ ਭੁੱਖ ਲੱਗਦੀ ਆ, ਮਹਾਰਾਜ ਨੂੰ ਕਿਹੜਾ ਐ ਹੁੰਦਾ। ਉਹ ਫਿਰ ਜਿਹੜੇ ਇਸਤਰੀਆਂ ਦੇ ਅਧੀਨ ਨੇ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਨਿੰਦਾ ਕਰੀ ਜਾਂਦੇ ਨੇ। ਜੋਰਾਂ ਦਾ ਆਖਿਆ ਪੁਰਖ ਕਮਾਵਦੇ, ਸੇ ਅਪਵਿੱਤ ਅਮੇਧ ਖੱਲਾ। ਜਿਹੜੇ ਪੁਰਸ਼ ਜੋਰਾਂ ਤੋਂ ਭਾਵ ਹੁੰਦਾ ਇਸਤਰੀਆਂ ਦਾ ਕਿਹਾ ਬਚਨ ਕਮਾਉਂਦੇ ਨੇ ਮਨਮੁਖ ਲੋਕ, ਉਹ ਮਨ ਕਰਕੇ ਅਪਵਿੱਤਰ, ਬਾਣੀ ਕਰਕੇ ਅਮੇਧ ਹੁੰਦਾ ਅਪਵਿੱਤਰ ਨੇ। ਉਹ ਤਨ ਕਰਕੇ ਵੀ ਖੱਲਾ ਹੁੰਦਾ ਅਪਵਿੱਤਰ ਨੇ। ਜਿਵੇਂ ਖਲ ਦਾ ਜੋੜਾ ਅਮੇਧ ਅਪਵਿੱਤਰ ਹੁੰਦਾ, ਉਵੇਂ ਉਹ ਪੁਰਸ਼ ਵੀ ਅਪਵਿੱਤਰ ਨੇ। ਉਹ ਖੱਲਾ ਹੁੰਦਾ ਮੂਰਖ ਪੁਰਸ਼, ਅਪਵਿੱਤ ਅਮੇਧ, ਅਪਵਿੱਤਰ ਤੋਂ ਪਵਿੱਤਰ ਨੇ। ਅਪਵਿੱਤਰ ਤੇ ਅਮੇਧ ਹੁੰਦਾ ਬੁੱਧੀ ਤੋਂ ਰਹਿਤ, ਬੇਅਕਲ ਹੁੰਦੇ ਨੇ। ਕਾਮ ਵਿਆਪੇ ਇੱਕ ਸੁਧ ਨਰ, ਸੇ ਜੋਰਾ ਪੁੱਛ ਚੱਲਾ। ਜਿਹੜੇ ਜੀਵ ਵਿਸ਼ਿਆਂ ਵਿਕਾਰਾਂ ਦੇ ਵਿੱਚ ਫਸੇ ਹੋਏ ਨੇ, ਜੋ ਕਾਮ ਚੇਸ਼ਟਾ 'ਚ ਵਿਆਪੇ ਹੋਏ ਨੇ, ਇੱਕ ਸੁਧ ਨਰ ਅਪਵਿੱਤਰ ਪੁਰਸ਼, ਉਹ ਜੋਰਾਂ ਤੋਂ ਭਾਵ ਇਸਤਰੀਆਂ ਤੋਂ ਪੁੱਛ ਕੇ ਚੱਲਦੇ। ਜੋ ਕੰਮ ਕਰਨਾ ਹੁੰਦਾ ਉਹ ਪਹਿਲੇ ਇਸਤਰੀ ਤੋਂ ਪੁੱਛ ਕੇ ਕਰਦੇ ਨੇ। ਇੱਕ ਸਮੇਂ ਕਾਲੀਦਾਸ ਦੀ ਇਸਤਰੀ ਜਿਹੜੀ ਵਿਦਿਆ ਸੀ ਅਤੇ ਰਾਜੇ ਭੋਜ ਦੀ ਇਸਤਰੀ ਭਾਨੂਮਤੀ, ਦੋਨੋਂ ਆਪਸ ਵਿੱਚ ਰਲ ਕੇ ਬੈਠੀਆਂ ਹਾਸ ਵਿਲਾਸ ਦੀਆਂ ਗੱਲਾਂ ਕਰ ਰਹੀਆਂ ਸੀ। ਵਿਦਿਆ ਨੇ ਪੁੱਛਿਆ, ਰਾਣੀ ਤੇਰਾ ਪਤੀ ਕਿਸ ਤਰ੍ਹਾਂ ਦਾ ਹੈ, ਤੇਰੇ ਆਖੇ ਲੱਗਦਾ ਕਿ ਨਹੀਂ? ਭਾਨੂਮਤੀ ਨੇ ਕਿਹਾ, ਹਾਂ ਜੀ ਮੇਰਾ ਪਤੀ ਤਾਂ ਮੇਰੇ ਅਧੀਨ ਹੈ, ਜੋ ਗੱਲ ਮੈਂ ਕਹਿਣੀ ਉਹੀ ਕਰਦਾ। ਹੋਰ ਕੀ ਕਹਿਣਾ, ਜੇਕਰ ਮੈਂ ਪਤੀ ਨੂੰ ਗਧਾ ਬਣਾਉਣਾ ਚਾਹਾਂ ਤਾਂ ਉਹ ਮੇਰਾ ਕਹਿਣਾ ਮੋੜੇਗਾ ਨਹੀਂ। ਇਹ ਗੱਲ ਸੁਣ ਕੇ ਕਾਲੀਦਾਸ ਦੀ ਇਸਤਰੀ ਵਿਦਿਆ ਨੇ ਕਿਹਾ, ਪਤੀ ਤਾਂ ਮੇਰੇ ਵੀ ਅਧੀਨ ਹੈ, ਜੇਕਰ ਮੈਂ ਉਹਦਾ ਸਿਰ ਮੂੰਹ ਮਨਾਉਣਾ ਚਾਹਾਂ ਨਾ ਤਾਂ ਮੁੰਨ ਸਕਦੀਆਂ। ਇਹ ਗੱਲਾਂ ਕਰਕੇ ਦੋਨੋਂ ਔਰਤਾਂ ਆਪੋ ਆਪਣੇ ਘਰਾਂ ਵਿੱਚ ਚਲੀਆਂ ਗਈਆਂ। ਸੰਧਿਆ ਪਈ, ਸ਼ਾਮ ਦਾ ਵਕਤ ਹੋਇਆ ਤਾਂ ਦੋਹਾਂ ਨੇ ਸਲਾਹ ਜਿਹੜੀ ਕੀਤੀ ਹੋਈ ਸੀ, ਉਹਨਾਂ ਦੇ ਪਤੀ ਜਦੋਂ ਘਰਾਂ ਵਿੱਚ ਆ ਪਹੁੰਚੇ, ਪਹਿਲੇ ਰੋਟੀ ਖਵਾ ਕੇ ਮਗਰੋਂ ਸੌਣ ਵੇਲੇ ਭਾਨੂਮਤੀ ਨੇ ਕਿਹਾ, ਰਾਜਨ ਆਪ ਜੀ ਦੇ ਰਾਜ ਨੂੰ ਭਾਗ ਨੂੰ ਤਾਂ ਸਾਨੂੰ ਕੀ ਸੁੱਖ ਹੈ, ਕਿਉਂਕਿ ਰਾਜ ਭਾਗ ਤੇ ਤੁਹਾਡਾ ਬਹੁਤ ਵੱਡਾ ਹੈ। ਸੋ ਇਸ ਕਰਕੇ ਸਾਨੂੰ ਕੀ ਸੁੱਖ ਹੈ। ਸੋ 17 ਦੇ ਵਿੱਚ ਹੀ ਰਹਿੰਦੀਆਂ ਹਾਂ, ਤੁਹਾਡੇ ਘਰ ਵਿੱਚ ਆ ਕੇ ਅੱਜ ਤੱਕ ਅਸਾਂ ਨੇ ਗਧਾ ਵੀ ਨਹੀਂ ਦੇਖਿਆ। ਰਾਜੇ ਭੋਜ ਨੇ ਕਿਹਾ ਕਿ ਸੁਭੱਦਰੇ ਫਿਕਰ ਨਾ ਕਰ, ਸਵੇਰੇ ਤੈਨੂੰ ਕਈ ਗਧੇ ਵਿਖਾ ਦਿਆਂਗਾ। ਭਾਨੂਮਤੀ ਨੇ ਕਿਹਾ, ਸਵਾਮੀ ਜੀ ਹੁਣ ਦੇਖਣਾ ਹੈ, ਸਵੇਰੇ ਕੀ ਦੇਖਣਾ, ਆਪ ਬਣ ਕੇ ਵਿਖਾਓ ਵੀ ਗਧੇ ਕਿਵੇਂ ਹੁੰਦੇ ਨੇ।
ਉਸ ਵੇਲੇ ਰਾਜਾ ਭੋਜ ਇਸਤਰੀ ਦੀ ਪ੍ਰਸੰਨਤਾ ਲੈਣ ਪਿੱਛੇ ਆਪ ਗਧਾ ਬਣ ਕੇ ਨੱਚਣੇ ਟੱਪਣੇ ਲੱਗ ਪਿਆ ਤੇ ਔਰਤ ਰਾਜੇ ਉੱਤੇ ਚੜ੍ਹ ਕੇ ਹੱਸਣ ਲੱਗ ਪਈ। ਉਹਨੂੰ ਗਧਾ ਬਣਾ ਲਿਆ ਤੇ ਆਖਦੀ ਹੈ, ਰਾਜਨ ਹੁਣ ਤਾਂ ਆਪ ਗਧੇ ਬਣ ਗਏ। ਨਾਲੇ ਇਹ ਗੱਲ ਵੀ ਆਖ ਦਿੱਤੀ ਕਿ ਅੱਜ ਦੀ ਰਾਤ ਕਾਲੀਦਾਸ ਦੀ ਔਰਤ ਨੇ ਆਪਣੇ ਪਤੀ ਕਾਲੀਦਾਸ ਦਾ ਸਿਰ ਮੂੰਹ ਮੁੰਨ ਦੇਣਾ। ਰਾਜਾ ਸੁਣ ਕੇ ਬੜਾ ਹੈਰਾਨ ਹੋਇਆ। ਉਸ ਤਰਫ ਜਦ ਕਾਲੀਦਾਸ ਘਰ ਆਇਆ ਤਾਂ ਔਰਤ ਨੇ ਰੋਟੀ ਖਵਾਈ। ਰੋਟੀ ਖਵਾ ਕੇ ਜਿਸ ਵੇਲੇ ਔਰਤ ਨੂੰ ਆਪਣੇ ਪਾਸ ਬੁਲਾਇਆ ਤਾਂ ਇਸਤਰੀ ਨੇ ਇਸ ਗੱਲ ਵੱਲ ਰੁਖ ਨਾ ਕੀਤਾ। ਕਾਲੀਦਾਸ ਨੇ ਬੜੇ ਪਿਆਰ ਨਾਲ ਪੁੱਛਿਆ, ਸਭਦਰੇ ਕੀ ਗੱਲ ਹੈ, ਕਿਸ ਚੀਜ਼ ਨੂੰ ਥੋੜ੍ਹ ਆਈ ਹੈ ਜੋ ਅੱਜ ਨਾਰਾਜ਼ ਹੋ ਗਈ ਹੈ? ਵਿਦਿਆ ਨੇ ਕਿਹਾ, ਹੋਰ ਤਾਂ ਕੋਈ ਗੱਲ ਨਹੀਂ, ਤੇਰੇ ਰੋਮ ਮੈਨੂੰ ਬੜੇ ਚੁਭਦੇ ਨੇ, ਇਹ ਨਹੀਂ ਹੋਣੇ ਚਾਹੀਦੇ। ਕਾਲੀਦਾਸ ਨੇ ਕਿਹਾ, ਜੇਕਰ ਤੇਰੀ ਪ੍ਰਸੰਨਤਾ ਇਸੇ ਗੱਲ ਵਿੱਚ ਹੈ ਤਾਂ ਮੈਂ ਦਿਨੇ ਸਾਫ਼ ਕਰਵਾ ਦਿਆਂਗਾ। ਔਰਤ ਨੇ ਕਿਹਾ, ਨਹੀਂ, ਜੇਕਰ ਮੇਰੇ ਨਾਲ ਪਿਆਰ ਹੈ ਤਾਂ ਹੁਣੇ ਸਾਫ਼ ਕਰਵਾ। ਕਾਲੀਦਾਸ ਨੇ ਕਿਹਾ, ਇਸ ਵੇਲੇ ਕਿਹੜਾ ਨਾਈ ਬੈਠਾ? ਔਰਤ ਨੇ ਕਿਹਾ, ਮੈਂ ਜੋ ਬੈਠੀ ਹਾਂ। ਇਹ ਗੱਲ ਸੁਣ ਕੇ ਕਾਲੀਦਾਸ ਚੁੱਪ ਕਰਕੇ ਅੱਗੇ ਬੈਠ ਗਿਆ ਤੇ ਵਿਦਿਆ ਨੇ ਉਸ ਤਰ੍ਹਾਂ ਫੇਰ ਕੇ ਸਿਰ ਮੂੰਹ ਮੁੰਨ ਦਿੱਤਾ ਉਹਦਾ। ਪਰ ਨਾਲ ਹੀ ਇੱਕ ਹਾਸੀ ਦੀ ਗੱਲ ਸੁਣਾਤੀ ਕਿ ਅੱਜ ਦੀ ਰਾਤ ਭਾਨੂਮਤੀ ਨੇ ਆਪਣੇ ਪਤੀ ਰਾਜੇ ਭੋਜ ਨੂੰ ਗਧਾ ਬਣਾ ਕੇ ਉਸ ਉੱਤੇ ਚੜ੍ਹਨਾ। ਇਹ ਗੱਲ ਸੁਣ ਕੇ ਕਾਲੀਦਾਸ ਅਚਰਜ ਹੋ ਗਿਆ। ਜਦ ਰਾਤ ਬੀਤ ਗਈ, ਦਿਨ ਉਦੇ ਹੋਣ ਨਾਲ ਕਾਲੀਦਾਸ ਰਾਜ ਸਭਾ 'ਚ ਪਹੁੰਚਿਆ। ਤਦ ਰਾਜੇ ਭੋਜ ਨੇ ਵੇਖ ਕੇ ਕਿਹਾ, ਕਾਲੀਦਾਸਾ ਕਵੀ ਸ੍ਰੇਸ਼ਟਾ ਕਸਮਿਨ ਪ੍ਰਣਵੰ ਮੁੰਡਤੇ। ਰਾਜੇ ਨੇ ਪੁੱਛਿਆ, ਇਹ ਕਾਲੀਦਾਸ ਸ੍ਰੇਸ਼ਟ ਕਵੀ, ਅੱਜ ਰਾਤ ਨੂੰ ਕਿਹੜਾ ਪੁਰਬ ਲੱਗਾ? ਗੰਗਾ ਦਾ ਪੁਰਬ ਆਇਆ ਸੀ ਜਾਂ ਕੋਈ ਹੋਰ? ਤੂੰ ਆਪਣਾ ਸਿਰ ਕਿਸ ਵਾਸ ਪੁਰਬ ਤੇ ਮਨਾ ਕੇ ਆਇਆ? ਕਹਿੰਦੇ, ਗਰਦਰਬਾ ਯਤਰ ਗਾਇੰਤੀ ਤਸਮਿਨ ਪ੍ਰੀਣਿੰ ਮੁੰਡਤੇ। ਕਹਿੰਦੇ, ਰਾਜਨ, ਯਤਰ ਹੁੰਦਾ ਜਿਸ ਪਰਬ ਉੱਤੇ ਆਪ ਗਧੇ ਬਣ ਕੇ ਗਾਇੰਤੀ ਹਿਣਕੇ ਹੋ। ਤਸਮਿਨ ਹੁੰਦਾ ਤਿਸੀ ਪੁਰਬ ਉੱਤੇ ਮੈਂ ਆਪਣਾ ਸਿਰ ਮੂੰਹ ਮਨਾਇਆ। ਇਸੇ ਪ੍ਰਸੰਗ ਅਨੁਸਾਰ ਨਿਸ਼ਚੈ ਕਰ ਲਵੋ, ਜੋ ਵੀ ਕਾਮੀ ਪੁਰਸ਼ ਹਨ ਉਹ ਇਸਤਰੀਆਂ ਤੋਂ ਡਰਦੇ ਹੋ, ਉਹਨਾਂ ਦੇ ਹੁਕਮ ਅੰਦਰ ਚੱਲਦੇ ਨੇ। ਸਤਿਗੁਰ ਕਹਿ ਆਖਿਆ, ਜੋ ਚੱਲੈ ਸੋ ਸਤਪੁਰਖ ਭਲ ਭਲਾ। ਜਿਹੜਾ ਬੰਦਾ ਸਤਿਗੁਰਾਂ ਦੇ ਆਖੇ ਅਨੁਸਾਰ ਚੱਲਦਾ ਹੈ ਉਹ ਸਤਵਾਦੀ ਪੁਰਸ਼ ਭਲਿਆਂ ਤੋਂ ਭਲਾ ਹੈ, ਚੰਗਿਆਂ ਤੋਂ ਚੰਗਾ ਹੈ। ਜੋਰਾ ਪੁਰਖ ਸਭ ਆਪ ਪਾਇਨ, ਹਰ ਖੇਲ ਸਭ ਖੇਲਾ। ਕਹਿੰਦੇ, ਵਾਸਤਵ ਦ੍ਰਿਸ਼ਟੀ ਨਾਲ ਦੇਖੀਏ ਤਾਂ ਇਸਤਰੀ ਪੁਰਸ਼ ਸਾਰੇ ਵਾਹਿਗੁਰੂ ਨੇ ਆਪ ਹੀ ਪੈਦਾ ਕੀਤੇ ਨੇ। ਇਹ ਜਗਤ ਦਾ ਸਾਰਾ ਖੇਲ ਵਾਹਿਗੁਰੂ ਨੇ ਆਪ ਹੀ ਖੇਡਿਆ ਹੈ। ਸਭ ਤੇਰੀ ਬਣਤ ਬਣਾਵਣੀ, ਨਾਨਕ ਭਲ ਭਲਾ। ਇਹ ਸਾਰੀ ਤੇਰੀ ਬਣਤ ਬਣਾਈ ਹੋਈ ਹੈ। ਸਤਿਗੁਰੂ ਕਥਨ ਕਰਦੇ, ਵਾਹਿਗੁਰੂ ਤੂੰ ਭਲਿਆਂ ਤੋਂ ਭਲਾ ਹੈ, ਭਲੀ ਪ੍ਰਕਾਰ ਨੂੰ ਵੀ ਭਲਾ ਹੈ। ਪੌੜੀ ਉਚਾਰਨ ਕਰਦੇ ਨੇ, ਤੂੰ ਬੇਪਰਵਾਹੋ ਅਥਾਹੋ ਹੈ, ਅਤੁੱਲ ਕਿਉਂ ਤੁਲੀਐ। ਹੇ ਬੇਪਰਵਾਹ ਵਾਹਿਗੁਰੂ, ਤਾਂ ਅਥਾਹ ਹੈ ਤੂੰ ਤੇ ਅਤੁੱਲ ਤੋਲਣ ਤੋਂ ਰਹਿਤ ਹੈ, ਤੈਨੂੰ ਕਿਵੇਂ ਤੋਲੀਏ। ਸੇਵੜ ਭਾਗੀ ਜੇ ਤੁਧ ਧਿਆਨ ਦੇ, ਜਿਨ ਸਤਿਗੁਰ ਮਿਲਿਆ ਹੈ। ਜਿਹੜੇ ਆਪ ਜੀ ਨੂੰ ਧਿਆਉਂਦੇ ਹਨ ਉਹ ਪੁਰਸ਼ ਵੱਡਿਆਂ ਭਾਗਾਂ ਵਾਲੇ ਨੇ, ਪਰ ਧਿਆਉਂਦਾ ਉਹ ਪੁਰਸ਼ ਹੈ ਜਿਹਨੂੰ ਸਤਿਗੁਰੂ ਆਪ ਮਿਲੇ ਨੇ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਐ। ਸਤਿਗੁਰਾਂ ਦੀ ਬਾਣੀ ਸਤ ਸਰੂਪ ਪ੍ਰਮਾਤਮਾ ਦੀ ਪ੍ਰਾਪਤੀ ਕਰਨ ਵਾਲੀ ਹੈ। ਤਾਂ ਤੇ ਇਹ ਭਾਈ ਗੁਰਬਾਣੀ ਦੇ ਪ੍ਰੇਮੀ ਬਣੀਏ, ਗੁਰਬਾਣੀ ਦੁਆਰੇ ਪਰਮੇਸ਼ਰ ਦਾ ਸਰੂਪ ਬਣ ਜਾਈਏ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ ਹਾਂ। ਤੇ ਗੁਰਬਾਣੀ ਦਾ ਸਰੂਪ ਜਿਹੜਾ ਬਾਣੀ ਪੜ੍ਹਦੇ ਪੜ੍ਹਦੇ ਬਾਣੀ ਰੂਪ ਹੀ ਹੋ ਜਾਓ। ਸੁੱਤਿਆਂ ਵੀ ਬਾਣੀ, ਬਹਿੰਦਿਆਂ ਵੀ ਬਾਣੀ। ਜਿਵੇਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਰਾਤ ਨੂੰ ਸੁੱਤੇ ਪਏ ਜਦੋਂ ਪਾਠ ਕਰਦੇ ਸੀ ਤਾਂ ਸਿੰਘਾਂ ਨੇ ਪੋਥੀਆਂ ਪ੍ਰਕਾਸ਼ ਕਰਕੇ ਨਾਲ ਮਿਲਾਉਣਾ। ਕਈ ਵਾਰੀ ਸੁੱਤੇ ਪਏ 40-40 ਪੱਤਰੇ ਪੜ੍ਹ ਜਾਂਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਕਿਉਂ ਗੁਰਬਾਣੀ ਦਾ ਰੂਪ ਹੀ ਹੋ ਗਏ ਸੀ। ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ, ਸੇ ਕੂੜਿਆਰ ਕੂੜੇ ਝੜ ਪੜੀਐ। ਹੁਣ ਸਤਿਗੁਰਾਂ ਦੀ ਰੀਸ ਕਰਕੇ ਹੋਰ ਜੋ ਜਿਹੜੇ ਲੋਕ ਨੇ ਨਿਸ਼ਰਦਕ ਪੁਰਸ਼, ਕੱਚ ਪਿੱਚ ਹੁੰਦੀ ਕੱਚੀ ਬਾਣੀ, ਕੱਚੇ ਪੇਲੇ ਬਚਨ ਬੋਲਦੇ ਨੇ, ਉਹ ਝੂਠੇ ਪੁਰਸ਼ ਜਿਹੜੇ ਨੇ ਉਹ ਕੂੜੇ ਪਦਾਰਥਾਂ 'ਚ ਲੱਗੇ ਹੋਏ ਝੜ ਪੈਂਦੇ, ਭਾਵ ਨਾਸ ਹੋ ਜਾਂਦੇ ਨੇ। ਉਹਨਾਂ ਅੰਦਰ ਹੋਰ ਮੁਖ ਹੋਰ ਹੈ, ਬਿਖ ਮਾਇਆ ਨੂੰ ਝਖ ਮਰਦੇ ਕੜੀਐ। ਉਹਨਾਂ ਕੂੜਿਆਂ ਦੇ ਅੰਦਰ ਹੋਰ ਗੱਲ ਹੁੰਦੀ ਹੈ ਤੇ ਮੂੰਹ ਦੇ ਵਿੱਚ ਹੋਰ ਗੱਲ ਹੁੰਦੀ ਹੈ। ਇਸ ਲਈ ਉਹ ਵਿਆਹ ਰੂਪੀ ਮਾਇਆ ਦੀ ਪ੍ਰਾਪਤੀ ਨੂੰ ਝਖ ਮਰਦੇ, ਗੱਪਾਂ ਮਾਰਦੇ ਹੋਏ ਕੜੀਆ ਤੋਂ ਭਾਵ ਝੂਰਦੇ ਹੀ ਰਹਿੰਦੇ ਨੇ। ਸ਼ਲੋਕ ਮਹੱਲਾ ਚੌਥਾ। ਚੌਥੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਅੱਗੇ 10ਵੇਂ ਸ਼ਲੋਕ ਦੇ ਵਿੱਚ, ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਕਾਲੇ। ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਨਿਰਮਲੀ, ਮੈਲ ਤੋਂ ਰਹਿਤ ਕਰਨ ਵਾਲੀ ਹੈ। ਜਿਹੜੇ ਜੀਵ ਸੇਵਾ ਨੂੰ ਕਾਲੇ ਕਰਦੇ ਨੇ ਉਹਨਾਂ ਦਾ ਅੰਤःਕਰਨ ਨਿਰਮਲ ਹੁੰਦਾ। ਨਿਰਮਲ ਜਨ ਹੋ ਕੇ ਅਰਥਾਤ ਦਿਲੋਂ ਹੋ ਕੇ ਦਿਲੋਂ ਸਾਫ਼ ਹੋ ਕੇ ਸੇਵਾ ਕਰਦੇ ਸਤਿਗੁਰੂ ਮਹਾਰਾਜ ਦੀ। ਜਿਹਨੇ ਅੰਦਰ ਕਪਟ ਵਿਕਾਰ ਝੂਠ ਹੋਏ, ਆਪੇ ਸੱਚਾ ਵਖ ਕੱਢੇ ਜਜਮਾਲੇ। ਜਿਨ੍ਹਾਂ ਪੁਰਸ਼ਾਂ ਦੇ ਅੰਦਰ ਕਪਟ ਹੈ, ਵਿਸ਼ੇ ਵਿਕਾਰ ਹੈ, ਝੂਠ ਆਦਿਕ ਹੈ,
ਉਹਨਾਂ ਨੂੰ ਜਜਮਾਲੇ ਹੁੰਦਾ ਦੁਖੀ ਕਰਕੇ ਸੱਚੇ ਵਾਹਿਗੁਰੂ ਨੇ ਆਪ ਹੀ ਸੱਚਿਆਂ 'ਚ ਵੱਖਰਾ ਕਰ ਦਿੱਤਾ। 305 ਅੰਗ ਤੇ ਮਹਾਰਾਜ ਫਰਮਾਉਂਦੇ ਨੇ, ਸਚਿਆਰ ਸਿੱਖ ਬਹਿ ਸਤਿਗੁਰ ਪਾਸ ਘਾਲਨ, ਕੂੜਿਆਰ ਨਾ ਲੱਭਣੀ ਕਿਤੈ ਥਾਏ ਪਾਲੇ। ਹੁਣ ਸਚਿਆਰ ਸਿੱਖ ਸਤਿਗੁਰਾਂ ਪਾ ਬੈਠ ਕੇ ਮਹਾਰਾਜ ਦੇ ਕੋਲ ਬੈਠ ਕੇ ਸੇਵਾ ਕਰਦੇ ਨੇ, ਘਾਲ ਕਮਾਈ ਕਰਦੇ ਨੇ, ਪਰ ਜਿਹੜੇ ਝੂਠੇ ਲੋਕ ਨੇ, ਝੂਠੇ ਪੁਰਸ਼ ਨੇ, ਉਹ ਭਾਲੇ ਹੋਏ ਕਿਸੇ ਥਾਂ ਤੇ ਲੱਭਦੇ ਵੀ ਨਹੀਂ। ਜਦੋਂ ਸੇਵਾ ਦੀ ਗੱਲ ਆਉਂਦੀ ਆ, ਬਾਣੀ ਦੀ ਪਾਠ ਦੀ ਗੱਲ ਆਉਂਦੀ ਆ, ਸਵੇਰੇ ਆਸਾ ਦੀ ਵਾਰ 'ਚ 2 ਬੰਦੇ ਵੀ ਨਹੀਂ ਬੈਠੇ ਹੁੰਦੇ, ਤੇ ਜਦੋਂ ਲੰਗਰ ਦੀ ਗੱਲ ਹੁੰਦੀ ਉਦੋਂ ਤਿਲ ਸਿੱਟਣ ਨੂੰ ਥਾਂ ਨਹੀਂ ਹੁੰਦਾ। ਜਿਨ੍ਹਾਂ ਸਤਿਗੁਰ ਕਾ ਆਖਿਆ ਸੁਖਾਵੈ ਨਾਹੀਂ, ਤੇ ਨਾ ਮੂੰਹ ਭਲੇਰੇ ਫਿਰੈ ਦੈ ਗਾਲੇ। ਜਿਨ੍ਹਾਂ ਪੁਰਸ਼ਾਂ ਨੂੰ ਸਤਿਗੁਰਾਂ ਦਾ ਕਿਹਾ ਹੋਇਆ ਬਚਨ ਸੁਖਾਵੈ ਨਹੀਂ, ਭਾਵ ਚੰਗਾ ਹੀ ਨਹੀਂ ਲੱਗਦਾ, ਉਹਨਾਂ ਦੇ ਮੂੰਹ ਜਿਹੜੇ ਭਲੇਰੇ ਤੋਂ ਭਾਵ ਹੁੰਦੇ ਬੁਰੇ ਭ੍ਰਿਸ਼ਟੇ ਹੋਏ ਨੇ, ਉਹਨਾਂ ਦੇ ਮੂੰਹ ਭਾਵੇਂ ਚੰਗੇ ਦਿਸਦੇ ਨੇ, ਪਰ ਉਹ ਦਇਆ ਹੁੰਦਾ ਪ੍ਰੇਰਕ ਪਰਮਾਤਮਾ ਦੇ ਗਾਲੇ ਹੋਏ ਭਾਵ ਕੋੜੀ ਕੀਤੇ ਹੋਏ ਫਿਰਦੇ ਨੇ। ਜਿਨ ਅੰਦਰ ਪ੍ਰੀਤ ਨਹੀਂ ਹਰ ਕੇਰੀ, ਸੇ ਕਿਚਰਕ ਵੇ ਰਾਈਨ ਮਨ ਮੁਖ ਬੇਤਾਲੇ। ਜਿਨ੍ਹਾਂ ਪੁਰਸ਼ਾਂ ਦੇ ਅੰਦਰ ਹਰੀ ਦੀ ਪ੍ਰੀਤੀ ਨਹੀਂ ਹੈ, ਕਹਿੰਦੇ ਉਹ ਮਨਮੁਖ ਬੇਤਾਲੇ। ਬੇਤਾਲ ਹੁੰਦਾ ਭੂਤਨਾ, ਤਾਲ ਹੁੰਦਾ ਸਰੂਪ ਰੂਪੀ ਗਿਆਨ ਤੋਂ ਬੇ ਹੁੰਦਾ ਰਹਿਤ। ਉਹ ਕਿਚਰ ਕੇ ਵੇ ਰਾਈਨ ਕਦ ਤੱਕ ਪਰਚਾਏ ਜਾਣ, ਕਦੋਂ ਤੱਕ ਪਰਚੇ ਜਾਣਗੇ ਉਹ। ਸਤਿਗੁਰ ਨੋ ਮਿਲੈ ਸੋ ਆਪਣਾ ਮਨ ਥਾਏ ਰੱਖੈ, ਉਹ ਆਪ ਵਰਤੈ ਆਪਣੀ ਵਥ ਨਾਲੇ। ਜਿਹੜੇ ਪੁਰਸ਼ ਸਤਿਗੁਰਾਂ ਨੂੰ ਮਿਲਦੇ ਨੇ ਉਹ ਆਪਣਾ ਮਨ ਵਿਕਾਰਾਂ ਵੱਲੋਂ ਰੋਕ ਕੇ ਟਿਕਾਣੇ ਰੱਖਦੇ ਨੇ, ਕਿਉਂਕਿ ਗੁਰੂ ਸਾਹਿਬ ਦੇ ਅਨੁਸਾਰੀ ਹੋ ਕੇ ਚੱਲਦੇ ਨੇ। ਮਹਾਰਾਜ ਜਿਵੇਂ ਹੁਕਮ ਕਰਦੇ ਨੇ ਆਪਣੇ ਮਨ ਨੂੰ ਉਹ ਪੁਰਸ਼ ਕਾਬੂ 'ਚ ਪਾ ਲੈਂਦੇ ਨੇ, ਅਤੇ ਉਹ ਆਪਣੀ ਆਤਮ ਵਸਤੂ ਦੇ ਨਾਲ ਆਪ ਹੀ ਵਰਤਦਾ, ਫਿਰ ਆਪਣੀ ਆਤਮਿਕ ਵਸਤੂ ਨੂੰ ਪਛਾਣ ਲੈਂਦਾ, ਵਿਕਾਰਾਂ ਤੋਂ ਰਹਿਤ ਹੋ ਕੇ ਸ਼ੁੱਧ ਸਰੂਪ ਦੇ ਵਿੱਚ ਚਲਿਆ ਜਾਂਦਾ। ਜਨ ਨਾਨਕ ਇੱਕ ਨਾ ਗੁਰ ਮੇਲ ਸੁਖ ਦੇਵੈ, ਇੱਕ ਆਪੇ ਵੱਖ ਕੱਢੈ ਠਗਵਾਲੇ। ਹੁਣ ਮਹਾਰਾਜ ਜੀ ਕਥਨ ਕਰਦੇ ਚੌਥੇ ਪਾਤਸ਼ਾਹ ਜੀ ਕਿ ਉਹ ਪ੍ਰਮਾਤਮਾ ਆਪ ਹੀ ਇੱਕ ਨਾ ਪੁਰਸ਼ਾਂ ਨੂੰ ਗੁਰਾਂ ਦੇ ਨਾਲ ਮੇਲ ਕੇ ਸੁਖ ਦਿੰਦਾ। ਇਹ ਵੀ ਉਹਦੀ ਕਿਰਪਾ ਕਿ ਆਪਾਂ ਨੂੰ ਸੰਗਤ ਮਿਲਦੀ, ਗੁਰੂ ਸਾਹਿਬ ਮਿਲਦੇ ਨੇ, ਸੰਤ ਮਹਾਤਮਾ ਮਿਲਦੇ ਨੇ। ਕਈ ਨਿੰਦਕੀ ਬਣੇ ਰਹਿੰਦੇ ਨੇ, ਉਹ ਆਉਂਦੇ ਹੀ ਨਹੀਂ। ਅਤੇ ਆਪ ਹੀ ਇੱਕ ਨਾ ਠੱਗੀਆਂ ਕਰਨ ਵਾਲਿਆਂ ਨੂੰ ਸਤ ਸੰਗਤ ਤੋਂ ਵੱਖਰਾ ਕੱਢ ਦਿੰਦਾ। ਸਭ ਨੂੰ ਪਤਾ ਲੱਗ ਜਾਂਦਾ ਕਿ ਇਹ ਬੰਦੇ ਨੇ ਠੱਗੀ ਮਾਰੀ ਸੀ, ਸਾਰੀ ਦੁਨੀਆ ਦੇ ਅੰਦਰ ਉਹਦੀ ਗੱਲ ਪ੍ਰਗਟ ਹੋ ਜਾਂਦੀ ਆ। ਮਹੱਲਾ ਚੌਥਾ। ਜਿਨ੍ਹਾਂ ਅੰਦਰ ਨਾਮ ਨਿਧਾਨ ਹਰ, ਤਿਨ ਕੇ ਕਾਜ ਦਇਆਨ ਦੇ ਰਾਸ। ਹੁਣ ਜਿਨ੍ਹਾਂ ਬੰਦਿਆਂ ਦੇ ਅੰਦਰ ਹਰੀ ਨਾਮ ਰੂਪ ਖਜ਼ਾਨਾ ਹੈ, ਉਹਨਾਂ ਦੇ ਕੰਮ ਪ੍ਰੇਰਕ ਵਾਹਿਗੁਰੂ ਨੇ ਦਰੁਸਤ ਭਾਵ ਠੀਕ ਕਰ ਦਿੱਤੇ ਸਾਰੇ। ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ। ਸਤਿਗੁਰ ਆਪਣੇ ਸੁਣੀ ਅਰਦਾਸ, ਕਾਰਜ ਆਇਆ ਸਗਲਾ ਰਾਸ। ਸਤਿਗੁਰ ਤੁਮਰੇ ਕਾਜ ਸਵਾਰੇ। ਪਰ ਕੀ ਕਹਿੰਦੇ, ਥਿਰ ਕਰ ਬੈਸੋ ਹਰ ਜਨ ਪਿਆਰੇ। ਥਿਰ ਕਰ ਕਿਹੜਾ, ਸਾਧ ਸੰਗਤ। ਕਹਿੰਦੇ ਸਾਧ ਸੰਗਤ ਵਿੱਚ ਟਿਕ ਕੇ ਬੈਠੋ ਪਿਆਰਿਓ, ਸਾਰੇ ਕੰਮ ਗੁਰੂ ਸਾਹਿਬ ਨੇ ਆਪ ਸਵਾਰਨੇ ਨੇ। ਤਿੰਨ ਚੂਕੀ ਮੋਹਤਾਜੀ ਲੋਕਨ ਕੀ, ਹਰ ਪ੍ਰਭ ਅੰਗ ਕਰ ਬੈਠਾ ਪਾਸ। ਉਹਨਾਂ ਨੂੰ ਸਭ ਲੋਕਾਂ ਦੀ ਮੁਤਾਜੀ ਖਤਮ ਹੋ ਗਈ, ਕੋਈ ਲੋੜ ਨਹੀਂ ਕਿਸੇ ਤੋਂ ਮੰਗਣ, ਨਹੀਂ ਕੁਛ ਕਹਿਣ ਦੀ। ਲੋਕ ਉਹਦੇ ਮੂੰਹ ਵੱਲ ਦੇਖਦੇ, ਸਾਨੂੰ ਕੁਛ ਕਹਿੰਦੇ ਹੀ ਨਹੀਂ, ਹੁਣ ਮੰਗਦਾ ਹੀ ਨਹੀਂ। ਕਿਉਂਕਿ ਵਾਹਿਗੁਰੂ ਅਕਾਲ ਪੁਰਖ ਉਹਨਾਂ ਦਾ ਅੰਗ ਹੁੰਦਾ, ਪੱਖ ਕਰਕੇ ਉਹਨਾਂ ਦੇ ਪਾਸ ਬੈਠਾ। ਕਹਿੰਦੇ ਦੱਸ ਕੀ ਚਾਹੀਦਾ। ਉਹ ਕਹਿੰਦੇ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਸ਼ੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲక్ష్ਮੀ ਤੋਟ ਨਾ ਆਵੇ ਖਾਏ ਖਰਚ ਰਹੰਦਾ। ਜਾਂ ਕਰਤਾ ਵੱਲ ਤਾਂ ਸਭ ਕੋ ਵੱਲ, ਸਭ ਦਰਸ਼ਨ ਦੇਖ ਕਰਹਿ ਸਾਬਾਸ। ਜਾਂ ਤਿਸ ਦੀ ਤਰਫ ਕਹਿੰਦੇ ਕਰਤਾ ਪੁਰਖ ਵਾਹਿਗੁਰੂ ਪਰਮਾਤਮਾ ਆਪ ਹੈ, ਤਾਂ ਸਭ ਕੋਈ ਉਹਦੀ ਤਰਫ ਹੀ ਹੋ ਜਾਂਦਾ। ਉਹਦੇ ਦਰਸ਼ਨਾਂ ਦੇਖ ਕੇ ਸਭ ਕੋਈ ਧੰਨ ਹੈ ਉਚਾਰਨ ਕਰਦਾ। ਜਿਵੇਂ ਭਗਤ ਰਵਿਦਾਸ ਜੀ ਨੂੰ ਪੰਡਤਾਂ ਬ੍ਰਾਹਮਣਾਂ ਨੇ ਕਿਹਾ ਸੀ ਨਾਲ ਰੋਟੀ ਨਹੀਂ ਖਵਾਉਣੀ ਕਿ ਉਹ ਨੀਚ ਜਾਤ ਹੈ। ਰਾਣੀ ਝਾਲਾਂ ਬਾਈ ਕਹਿਣ ਲੱਗੀ ਚਲੋ ਤੁਸੀਂ ਭਗਤ ਜੀ ਅੰਦਰ ਬੈਠ ਜਾਓ, ਪਹਿਲੇ ਇਹਨਾਂ ਨੂੰ ਛਕ ਲੈਣ ਦਿਓ। ਅਕਾਲ ਪੁਰਖ ਨੇ ਐਸੀ ਨੇਤ ਵਰਤਾਈ ਕਿ ਹਰੇਕ ਬ੍ਰਾਹਮਣ ਨਾਲ ਇੱਕ ਭਗਤ ਰਵਿਦਾਸ ਜੀ ਬੈਠੇ। ਉਹ ਆਲਾ ਦਾਲਾ ਦੇਖਣਾ, ਕਹਿਣੇ ਤੇ ਮੇਰੇ ਨਾਲ ਰਵਿਦਾਸ ਬੈਠਾ, ਤੇਰੇ ਨਾਲ ਵੀ ਬੈਠਾ, ਕਹਿੰਦਾ ਮੇਰੇ ਨਾਲ ਵੀ ਬੈਠਾ, ਦੂਜਾ ਕਹਿੰਦਾ ਮੇਰੇ ਨਾਲ, ਤੀਜਾ ਚੌਥਾ, ਸਾਰਿਆਂ ਨਾਲ ਹੀ ਬੈਠੇ ਨੇ। ਸਾਰੇ ਬ੍ਰਾਹਮਣ ਉੱਠ ਕੇ ਫਿਰ ਗਏ, ਜਾ ਕੇ ਹੱਥ ਜੋੜੇ, ਮਾਫੀ ਮੰਗੀ, ਕਹਿੰਦੇ ਭਗਤ ਜੀ ਸਾਤੋਂ ਗਲਤੀ ਹੋ ਗਈ, ਤੁਸੀਂ ਤਾਂ ਰੱਬ ਦੇ ਪਿਆਰਿਓ, ਆਓ ਸਾਡੇ ਨਾਲ ਬਹਿ ਕੇ ਪ੍ਰਸ਼ਾਦਾ ਛਕੋ। ਸਾਹੋ ਪਾਤਸ਼ਾਹੋ ਸਭ ਹਰ ਕਾ ਕੀਆ, ਸਭ ਜਨ ਕਉ ਆਏ ਕਰਹਿ ਰਹਿ ਰਾਸ। ਸ਼ਾਹ ਜਿਹੜੇ ਨੇ ਛੋਟੇ, ਬਾਦਸ਼ਾਹ ਵੱਡੇ, ਇਹ ਸਾਰੇ ਕੋਈ ਰੱਬ ਦੇ ਬਣਾਏ ਹੋਏ ਨੇ। ਸਾਰੇ ਭਗਤ ਜਨਾਂ ਨੂੰ ਆ ਕੇ ਰਹਿ ਰਾਸ ਹੁੰਦੀ, ਨਮਸਕਾਰਾਂ ਕਰਦੇ ਨੇ। ਸ਼ਾਮ ਨੂੰ ਜਿਵੇਂ ਆਪਾਂ ਰਹਿ ਰਾਸ ਪੜ੍ਹਦੇ ਹਾਂ, ਰਹਿ ਰਾਸ ਦਾ ਮਤਲਬ ਨਮਸਕਾਰ ਕਰਨੀ, ਮਰਿਆਦਾ ਪੂਰੀ ਕਰਨੀ। ਗੁਰਪੂਰੇ ਕੀ ਵੱਡੀ ਵਡਿਆਈ, ਹਰ ਵੱਡਾ ਸੇਵਾ ਤੁਲ ਸੁਖ ਪਾਇਆ।
ਹੁਣ ਪੂਰਿਆਂ ਗੁਰਾਂ ਦੀ ਵਡਿਆਈ ਸਭ ਤੋਂ ਵੱਡੀ ਹੈ, ਕਿਉਂਕਿ ਗੁਰਾਂ ਨੇ ਵੱਡੇ ਹਰੀ ਨੂੰ ਸੇਵ ਕੇ ਅਤੁੱਲ ਸੁਖ ਪ੍ਰਾਪਤ ਕੀਤਾ ਹੈ। ਗੁਰ ਪੂਰੈ ਦਾਨ ਦਿਆ ਹਰ ਨਿਹਚਲ, ਨਿਤ ਬਖਸ਼ੇ ਚੜ੍ਹੈ ਸਵਾਇਆ। ਨਿਹਚਲ ਹਰੀ ਨੇ ਪੂਰਿਆਂ ਗੁਰਾਂ ਨੂੰ ਨਾਮਦਾਨ ਦਿੱਤਾ ਹੈ। ਉਹ ਨਾਮਦਾਨ ਨਿਤਾ ਪ੍ਰਤੀ ਬਖਸ਼ਦਿਆਂ ਹਰ ਰੋਜ਼ ਵੰਡਦਿਆਂ ਹੋਇਆਂ ਵੀ ਸਵਾਇਆ ਹੀ ਚੜ੍ਹਦਾ ਜਾਂਦਾ, ਮੁੱਕਦਾ ਹੀ ਨਹੀਂ। ਨਾਮ ਜਿੰਨਾ ਮਰਜ਼ੀ ਵੰਡੀ ਜਾਓ, ਕਦੇ ਮੁੱਕਦਾ ਨਹੀਂ। ਜਿਨ੍ਹਾਂ ਕੋਲ ਨਾਮ ਧਨ ਆ ਜਾਂਦਾ ਉਹ ਨਹੀਂ ਖਤਮ ਹੁੰਦਾ, ਫਿਰ ਸਤਿਗੁਰੂ ਰੋਜ਼ ਵੰਡਦੇ ਨੇ। ਕੋਈ ਨਿੰਦਕ ਵਡਿਆਈ ਦੇਖ ਨਾ ਸਕੈ, ਸੋ ਕਰਤੈ ਆਪ ਪਚਾਇਆ। ਹੁਣ ਜਿਹੜਾ ਕੋਈ ਨਿੰਦਕ ਪੁਰਸ਼ ਹੈ, ਕਹਿੰਦੇ ਉਹ ਸਤਿਗੁਰਾਂ ਦੀ ਵਡਿਆਈ ਨੂੰ ਦੇਖ ਕੇ ਅਸਲ 'ਚ ਜਰ ਨਹੀਂ ਸਕਦਾ। ਉਹਨੂੰ ਕਰਤੇ ਪੁਰਖ ਨੇ ਫਿਰ ਆਪ ਹੀ ਖਰਾਬ ਕੀਤਾ ਹੈ। ਜਨ ਨਾਨਕ ਗੁਣ ਬੋਲੇ ਕਰਤੇ ਕੇ, ਭਗਤਾਂ ਨੂੰ ਸਦਾ ਰੱਖਦਾ ਆਇਆ। ਹੁਣ ਮਹਾਰਾਜ ਕਥਨ ਕਰਦੇ ਨੇ, ਮੈਂ ਜਨ ਤਾਂ ਕਹਿੰਦੇ ਸਦਾ ਹੀ ਕਰਤੇ ਪੁਰਖ ਦੇ ਗੁਣ ਬੋਲਦਾ ਰਹਿਣਾ, ਜੋ ਭਗਤ ਜਨਾਂ ਨੂੰ ਹਮੇਸ਼ਾ ਹੀ ਰੱਖਦਾ ਆਇਆ। ਵਾਹਿਗੁਰੂ ਕਹਿੰਦੇ ਮੈਂ ਤਾਂ ਉਹਦੇ ਗੁਣ ਬੋਲਦਾ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਇਹ ਚੌਥੇ ਪਾਤਸ਼ਾਹ ਦੇ ਬਚਨ ਹੈ ਸੰਤਾਂ ਦੇ ਵਿੱਚ। ਪੌੜੀ ਤੂੰ ਸਾਹਿਬ ਅਗਮ ਦਿਆਲ ਹੈ, ਵਡ ਦਾਤਾ ਦਾਣਾ। ਪੌੜੀ ਵਿੱਚ ਉਚਾਰਨ ਕਰਦੇ, ਸਾਹਿਬ ਤੂੰ ਅਗਮ ਹੈ, ਮਨ ਬਾਣੀ ਦੀ ਪਕੜ ਤੋਂ ਪਰੇ ਦਿਆਲੂ ਹੈ, ਸਾਰਿਆਂ ਨੂੰ ਰਿਜ਼ਕ ਦੇਣ ਕਰਕੇ ਤੂੰ ਵੱਡਾ ਦਾਤਾ ਹੈ, ਸਭ ਦੀ ਗੱਲ ਜਾਣਨ ਤੋਂ ਵੱਡਾ ਦਾਨ ਨਹੀਂ। ਵੱਡਾ ਦਾਨ ਜਿਹੜਾ ਹੈ ਨਾ, ਵਡ ਦਾਤਾ ਦਾਣਾ, ਜਾਣਨੇ ਤੋਂ ਵੱਡਾ ਦਾਨਾ ਹੈ। ਇਸ ਕਰਕੇ ਕਹਿੰਦੇ ਸਭ ਦੀ ਗੱਲ ਜਾਣਨ ਤੂੰ ਵੱਡਾ ਦਾਤਾ ਦਾਨਾ ਹੈ, ਬਹੁਤ ਵੱਡਾ ਦਾਨਾਈ ਪੁਰਸ਼ ਹੈ ਤੂੰ। ਤੁਧ ਜੇਵੜ ਮੈਂ ਹੋਰ ਕੋ ਦਿਸ ਨਾ ਆਵਈ, ਤੂੰ ਹੈ ਸੁਗੜ ਮੇਰਾ ਮਨ ਪਾਣਾ। ਤੇਰੇ ਜਿੱਡਾ ਵੱਡਾ ਮੈਨੂੰ ਹੋਰ ਕੋਈ ਨਿਗਾਹ ਹੀ ਨਹੀਂ ਆਉਂਦਾ, ਤੂੰ ਹੀ ਸ੍ਰੇਸ਼ਟ ਸ਼ੁਭ ਗੁਣਾਂ ਦੀ ਘਾਟ ਕਰਨ ਵਾਲਾ ਮੇਰੇ ਮਨ ਵਿੱਚ ਪਾਉਂਦਾ ਹੈ। ਮੋਹ ਕੁਟੰਬ ਦੇ ਸਿਆਵੰਦਾ, ਸਭ ਚੱਲਣ ਹਾਰਾ ਆਵਣ ਜਾਣਾ। ਜੋ ਕੁਟੰਬ ਨਿਗਾਹ ਆਉਂਦਾ ਨਾ, ਸਾਰਾ ਪਰਿਵਾਰ ਦਿਖ ਰਿਹਾ ਹੈ, ਇਹ ਸਭ ਨੇ ਚਲੇ ਜਾਣਾ ਹੈ। ਇਸ ਵਿੱਚ ਜੋ ਮੋਹ ਕਰਦਾ ਹੈ, ਉਹਨੂੰ ਵੀ ਆਉਣਾ ਜਾਣਾ, ਜੰਮਣਾ ਮਰਨਾ ਪ੍ਰਾਪਤ ਹੁੰਦਾ ਹੈ। ਪਰਿਵਾਰ ਦਾ ਭਲਾ ਕਰਨਾ ਬਾਣੀ ਰਾਹੀਂ ਕਰਨਾ ਹੈ, ਪਰਿਵਾਰ ਨੂੰ ਵੀ ਤਾਰਨਾ, ਆਪ ਵੀ ਤਰਨਾ ਹੈ। ਜੋ ਬਿਨ ਸੱਚੇ ਹੋਰਤ ਚਿੱਤ ਲਾਇਂਦੇ, ਸੇ ਕੂੜਿਆਰ ਕੂੜਾ ਤਿਨ ਮਾਣਾ। ਜਿਹੜੇ ਪੁਰਸ਼ ਸੱਚੇ ਨਾਮ ਤੋਂ ਬਿਨਾਂ ਹੋਰ ਕਿਸੇ ਵਿੱਚ ਚਿੱਤ ਲਾਉਂਦੇ ਨੇ, ਉਹ ਝੂਠੇ ਨੇ, ਉਹਨਾਂ ਦਾ ਮਾਣ ਵੀ ਝੂਠਾ ਹੈ। ਨਾਨਕ ਸੱਚ ਤੇ ਆਏ ਤੂੰ, ਬਿਨ ਸੱਚੇ ਪਚ ਪਚ ਮੋਇਆ ਜਾਣਾ। ਹੁਣ ਮਹਾਰਾਜ ਕਥਨ ਕਰਦੇ, ਭਾਈ ਤੂੰ ਸੱਚੇ ਵਾਹਿਗੁਰੂ ਨੂੰ ਧਿਆਉਣਾ ਕਰ। ਸੱਚੇ ਨਾਮ ਤੋਂ ਬਿਨਾਂ ਸਾਰੇ ਅਣਜਾਣ ਪੁਰਸ਼ ਜਿਹੜੇ ਉਹ ਧੰਦਿਆਂ ਵਿੱਚ ਫਸ ਕੇ ਸੜ ਸੜ ਕੇ ਮਰ ਗਏ ਨੇ, ਉਹਨਾਂ ਨੂੰ ਹੋਰ ਕੋਈ ਫਿਰ ਝੱਲਦਾ ਹੀ ਨਹੀਂ ਦੁਨੀਆ ਅੰਦਰ, ਕਿਉਂਕਿ ਕੰਮਾਂ ਧੰਦਿਆਂ ਵਿੱਚ ਲੱਗ ਲੱਗ ਕੇ ਅਖੀਰ ਨੂੰ ਸਰੀਰ ਉਹਨਾਂ ਦਾ ਬਿਲਕੁਲ ਹੀ ਖਤਮ ਹੋ ਜਾਂਦਾ ਹੈ। ਤੇ ਜਿਹੜੇ ਆਤਮਿਕ ਜੀਵਨ ਜਿਉਂਦੇ, ਨਾਮ ਬਾਣੀ ਨਾਲ ਜੁੜੇ ਹੋਏ ਨੇ, ਉਹ ਅੰਦਰੋਂ ਵੀ ਚੜ੍ਹਦੀ ਕਲਾ 'ਚ ਰਹਿੰਦੇ ਨੇ, ਬਾਹਰੋਂ ਵੀ ਚੜ੍ਹਦੀ ਕਲਾ 'ਚ ਰਹਿੰਦੇ ਨੇ। ਮਨ ਬਾਣੀ ਸਰੀਰ ਕਰਕੇ ਉਹਨਾਂ ਦੀ ਚੜ੍ਹਦੀ ਕਲਾ ਹੁੰਦੀ ਹੈ। ਜੋ ਸਤਿਗੁਰੂ ਨਾਲ ਜੁੜਦੇ ਨੇ, ਜੋ ਪਰਮੇਸ਼ਰ ਨਾਲ ਜੁੜਦੇ ਨੇ, ਇਸ ਕਰਕੇ ਆਪਾਂ ਵੀ ਹਮੇਸ਼ਾ ਗੁਰੂ ਵਾਲੇ ਬਣ ਕੇ ਅੰਮ੍ਰਿਤ ਛਕ ਕੇ ਸਿਮਰਨ ਬੰਦਗੀ ਭਜਨ, ਜੋ ਗੁਰਾਂ ਦਾ ਉਪਦੇਸ਼ ਕਥਾ ਦੇ ਰਾਹੀਂ ਪ੍ਰਾਪਤ ਹੁੰਦਾ ਹੈ, ਇਹਦੇ ਰਾਹੀਂ ਆਪਣੇ ਜੀਵਨ ਨੂੰ ਉੱਚਾ ਚੱਕੀਏ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ